ਨਿਗਾਹ ਰੱਖਦਾ, हर खबर दी पुणछाण करके उसदी तह तक पहुंचदा, हर एक खबर पिछे चलदी असल कहानी दा सच सामने लैके आउंदा, राजनीति दी हरेक रणनीति तो जाणू करवाउंदा, सिस्टम विच पसरे भ्रिष्टाचार नूं उजागर करदा, धन कुबेरां, गैर समाजी तत्तां, प्रशासनिक अधिकारियां ते सियासतदानां दे गठजोड़ दा पर्दाफाश करदा, तत्थां सहित सही अते सटीक विश्लेषण पेश करदा। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਹਰ ਰੋਜ਼ ਦੀ ਤਰ੍ਹਾਂ ਸੁਸ਼ੀਲ ਦਸਾਂਝ, ਟੋਰਾਂਟੋ ਸਟੂਡੀਓ ਤੋਂ ਮੈਂ ਤੁਹਾਡੀ ਸੇਵਾ 'ਚ ਹਰਜੀਤ ਸਿੰਘ ਗਿੱਲ ਹਾਜ਼ਰ ਹਾਂ। ਕੁਝ ਇੱਕ ਖਬਰਾਂ ਦੇ ਉੱਤੇ ਕਰਦੇ ਹਾਂ ਚਰਚਾ। ਦਸਾਂਝ ਸਾਹਿਬ ਤੇ ਆਪਣੇ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ। ਜੀ ਆਇਆਂ ਨੂੰ ਦਸਾਂਝ ਸਾਹਿਬ। ਦਸਾਂਝ ਸਾਹਿਬ, ਮੈਂ ਕੈਨੇਡਾ ਤੋਂ ਅੱਜ ਖਬਰ ਸ਼ੁਰੂ ਕਰਨੀ ਚਾਹੁੰਦਾ। ਇੱਕ ਖਬਰ ਅੱਜ ਚੱਲ ਰਹੀ ਆ ਕਿ ਸਾਡੇ ਇੱਥੇ NDP ਦੇ ਆਗੂ ਜਿਹੜੇ ਨੇ ਜਗਮੀਤ ਸਿੰਘ, ਉਹਨਾਂ ਨੂੰ ਤੇ ਕੁਝ ਇੱਕ ਹੋਰ ਲੀਡਰਾਂ ਨੂੰ ਇੱਕ ਪੈਨਿਕ ਬਟਨ ਮੁਹੱਈਆ ਕਰਾਇਆ ਗਿਆ ਕਿ ਜੇ ਕਦੀ ਉਹ ਕਿਸੇ ਵਿਪਤਾ 'ਚ ਹੋਣ ਤਾਂ ਪੈਨਿਕ ਬਟਨ ਦਬਾ ਦੇਣ ਤੇ ਉਸੇ ਵੇਲੇ ਉਹਨਾਂ ਨੂੰ ਸਹਾਇਤਾ ਮਿਲ ਜੇਗੀ, ਪੁਲਿਸ ਆ ਜੇਗੀ। ਤੇ ਪੰਜਾਬ 'ਚ ਸਿਕਿਉਰਿਟੀ ਦਾ ਬੜਾ ਮਸਲਾ ਰਹਿੰਦਾ, ਕਦੀ ਸਿਕਿਉਰਿਟੀ ਢਾਹ ਦਿੱਤੀ ਗਈ ਤੇ ਕਦੀ ਸਿਕਿਉਰਿਟੀ ਲਾ ਦਿੱਤੀ ਗਈ ਤੇ ਲਗਭਗ ਸਾਰੇ ਹੀ ਸਿਆਸੀ ਲੀਡਰ ਚਾਹੁੰਦੇ ਕਿ ਸਾਡੇ ਆਲੇ ਦੁਆਲੇ ਸਿਕਿਉਰਿਟੀ ਦੀਆਂ ਧਾੜਾਂ ਹੋਣ ਤਾਂ ਕਿ ਸਾਡਾ ਇੰਪੈਕਟ ਬਣੇ। ਮੈਂ ਹੁਣੇ ਡਾਕਟਰ ਸੁੱਚਾ ਸਿੰਘ ਗਿੱਲ ਨਾਲ ਗੱਲਾਂ ਕਰਕੇ ਹਟਿਆ, ਉਹਨਾਂ ਨੇ ਵੀ ਸਿਕਿਉਰਿਟੀ ਦੇ ਇਸ਼ੂ ਤੇ ਇਹੋ ਹੀ ਦੱਸਿਆ ਕਿ ਫੋਕਾ ਟੌਰ ਬਣਾਉਣ ਦੀ ਸਿਕਿਉਰਿਟੀ ਆ, ਉੱਥੇ ਲੋੜ ਨਹੀਂ ਆ ਤੇ ਆਮ ਆਦਮੀ ਪਾਰਟੀ ਨੂੰ ਘੱਟੋ ਘੱਟ ਉਹ ਕਲਚਰ ਖਤਮ ਕਰਨਾ ਚਾਹੀਦਾ ਸੀਗਾ। ਤੇ ਇਹਨਾਂ ਮੁਲਕਾਂ ਵਿੱਚ ਵੀ ਉਹ ਚੀਜ਼ਾਂ ਹੌਲੀ ਹੌਲੀ ਆਉਣੀਆਂ ਸ਼ੁਰੂ ਹੋ ਗਈਆਂ। ਤੁਸੀਂ ਖਬਰ ਵੇਖੀ ਹੋਏਗੀ ਕਿ ਜਗਮੀਤ ਸਿੰਘ ਜਿਹੜੇ ਸਾਡੇ ਇੱਥੇ ਹੈਗੇ ਨੇ NDP ਦੇ ਆਗੂ, ਉਹਨਾਂ ਨੂੰ ਇੱਕ ਸਮਾਗਮ ਦੇ ਦੌਰਾਨ ਕੁਝ ਲੋਕਾਂ ਨੇ ਕੋਈ ਖਿੱਚਧੂ ਵੀ ਕੀਤੀ ਸੀ ਤੇ ਕੁਝ ਅਪਸ਼ਬਦ ਬੋਲੇ ਸੀਗੇ ਤੇ ਉਸ ਦਿਨ ਤੋਂ ਬਾਅਦ ਕਾਫੀ ਇਸ ਗੱਲ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਸੀ ਕਿ ਇੱਥੇ ਵੀ ਭਾਰਤ ਵਰਗਾ ਮਾਹੌਲ ਬਣ ਰਿਹਾ ਕਿ ਲੋਕ ਆ ਕੇ ਤੇ ਲੀਡਰ ਨੂੰ ਕੁਐਸਚਨ ਨਹੀਂ ਕਰਦੇ ਤੇ ਗੱਲ ਪੈਣ ਤੱਕ ਜਾਂਦੇ ਆ। ਤੇ ਦੂਜੇ ਪਾਸੇ ਸਾਡੇ ਕੈਨੇਡਾ ਦੇ ਆ ਰਿਹਾ ਤੇ ਇੱਕ ਵਾਰੀ ਫਿਰ ਚਿੰਤਾ ਬਣੀ ਹੋਈ ਆ ਆਟਵਾ ਦੇ ਵਿੱਚ। ਫਿਰ ਉਹ ਫਰੀडम ਮੂਵਮੈਂਟ ਵਾਲੇ ਜਿਹੜੇ ਕਹਿੰਦੇ ਆ ਕਿ ਕਰੋਨਾ ਵਾਲਾ ਇੰਜੈਕਸ਼ਨ ਤੁਸੀਂ ਗਲਤ ਲਾ ਰਹੇ ਹੋ, ਸਰਕਾਰ ਡਿਕਟੇਟਰ ਬਣ ਰਹੀ ਆ, ਉਹ ਦੁਬਾਰਾ ਡਿਸਟਰਬੈਂਸ ਕ੍ਰੀਏਟ ਕਰ ਸਕਦੇ, ਉਹਦੇ ਲਈ ਕਾਫੀ ਸਾਵਧਾਨੀ ਵਰਤੀ ਜਾ ਰਹੀ ਆ। ਇਹ ਦੋ ਖਬਰਾਂ ਨੇ, ਵੈਸੇ ਤੇ ਇਨਫੋਰਮੇਸ਼ਨ ਹੀ ਆ, ਜੇ ਤੁਸੀਂ ਇੱਥੇ ਕੋਈ ਕਮੈਂਟ ਕਰਨਾ ਚਾਹੋ ਤਾਂ ਕਰ ਸਕਦੇ। ਹਾਂਜੀ, ਕਾਲ ਆਪਾਂ ਨੂੰ ਸ਼ੁਰੂਆਤੀ ਆ ਗਈ, ਆਪਾਂ ਲੇਟ ਸ਼ੁਰੂ ਕੀਤਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਾਲੋ ਸਾਹਿਬ, ਸਤਿ ਸ਼੍ਰੀ ਅਕਾਲ, ਵੈਲਕਮ। ਅੱਛਾ ਗਿੱਲ ਸਾਹਿਬ, ਜਿਹੜਾ ਸੁੱਚਾ ਸਿੰਘ ਗਿੱਲ ਉਹਨਾਂ ਨਾਲ ਪ੍ਰੋਗਰਾਮ ਕੀਤਾ ਨਾ, ਉਹ ਬਹੁਤ ਵਧੀਆ ਹੋ ਗਿਆ। ਉਹਨਾਂ ਨੇ ਬੜੇ ਵਧੀਆ ਜਵਾਬ ਦਿੱਤੇ, ਪਰ ਉਹਨਾਂ ਵੇਲੇ ਵੀ ਮੁਸ਼ਕਲ ਆਉਂਦੀ ਸੀਗੀ ਕਿ ਤੁਹਾਡੀ ਆਵਾਜ਼ ਜ਼ਿਆਦਾ ਆਉਂਦੀ ਸੀਗੀ ਤੇ ਉਹਨਾਂ ਦੀ ਘੱਟ ਆਉਂਦੀ ਸੀਗੀ ਤੇ ਮੈਨੂੰ ਹੱਥ ਜਿਹੜਾ ਨਾ ਉਹ ਰਿਮੋਟ ਤੇ ਰੱਖਣਾ ਪੈਂਦਾ ਸੀਗਾ ਕਿ ਹਰਜੀਤ ਗਿੱਲ ਵੇਲੇ ਆਵਾਜ਼ ਘੱਟ ਕਰਨੀ ਤੇ ਸੁੱਚਾ ਸਿੰਘ ਗਿੱਲ ਵੇਲੇ ਆਵਾਜ਼ ਜ਼ਿਆਦਾ ਕਰਨੀ। ਹੁਣ ਵੀ ਉਹੀ ਸਮੱਸਿਆ ਆ ਰਹੀ ਆ ਕਿ ਤੁਹਾਡੀ ਆਵਾਜ਼ ਜ਼ਿਆਦਾ ਆਉਂਦੀ ਆ ਤੇ ਸੁਸ਼ੀਲ ਦੀ ਆਵਾਜ਼ ਘੱਟ ਆਉਂਦੀ ਆ। ਇਹ ਟੈਕਨੀਕਲ ਗੱਲ ਜਿਹੜੀ ਆ ਇਹਨੂੰ ਠੀਕ ਕਰੋ। ਠੀਕ ਹੈ ਜੀ, ਕੋਸ਼ਿਸ਼ ਕਰਦੇ ਹਾਂ। ਕਹਿੰਦੇ ਨੇ ਕਿ ਮੇਰੀ ਆਵਾਜ਼ ਜ਼ਿਆਦਾ ਜਾ ਰਹੀ ਹੈ, ਦਸਾਂਝ ਸਾਹਿਬ ਦੀ ਘੱਟ ਆ ਰਹੀ ਹੈ ਤੇ ਇਹਦੇ ਲਈ ਥੋੜਾ ਜਿਹਾ ਮੇਰੀ ਆਵਾਜ਼ ਨੂੰ ਅਗਰ ਘੱਟ ਕਰ ਸਕਦੇ ਹੋ ਕਰਕੇ ਤੇ ਫਿਰ ਠੀਕ ਕਰੋ। ਗਿੱਲ ਸਾਹਿਬ ਦੇ ਵੇਲੇ ਵੀ ਇਹ ਪ੍ਰੋਬਲਮ ਜਿਹੜੀ ਆ ਹੋ ਰਹੀ ਹੈ ਜੀ। ਕਹਿੰਦੇ ਟੀਵੀ ਦੇ ਉੱਤੇ ਪਤਾ ਨਹੀਂ, ਸਾਡੇ ਇੱਥੇ ਆਵਾਜ਼ ਠੀਕ ਜਾਂਦੀ ਰਹੀ ਆ, ਕਾਲੋ ਸਾਹਿਬ ਕਹਿੰਦੇ ਆਵਾਜ਼ ਠੀਕ ਨਹੀਂ ਜਾ ਰਹੀ। ਸੋ ਚਲੋ ਦੇਖਦੇ ਹਾਂ, ਇੰਪਰੂਵ ਕਰੋ ਥੋੜਾ ਜਿਹਾ। ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਕਿ ਪਿੱਛੋਂ ਕੋਸ਼ਿਸ਼ ਕਰਕੇ ਅਗਰ ਜੇ ਕੋਈ ਇਸ ਤਰ੍ਹਾਂ ਦਾ ਹੈ। ਹਾਂਜੀ ਦਸਾਂਝ ਸਾਹਿਬ ਕਰੋ ਗੱਲ ਜੀ, ਤੁਸੀਂ ਕਰ ਰਹੇ ਹੋ ਪੂਰੀ ਗੱਲ। मैं कर रहा सी कालो साहब ने भी जी गल कही है, वो मैं भी शुरू च फील की सी भी तुहाडी आवाज़ बहुत ज़्यादा सी ते वो बहुत गूंज रही सी ते मैनूं समझण च भी थोड़ी मुश्किल आ रही सी। हुण थोड़ी जी जिद्दां कालो साहब ने फोन कीता नाल दी नाल थोड़ी आवाज़ डाउन की गई है, उन्हां मैनूं लगदा थोड़ा ठीक है। ते मैं जिहड़ी गल कहना चाहुंदा सी है भी सिक्योरिटी दा जिहड़ा मामला है, मैं जिहड़ी गल तुसीं भी कही है, सुच्चा सिंह गिल होरां ने कही है भी कोई एडा मसला नहीं है, एवें इहनूं स्टेटस जिहा बना लिया गया।
ਇਹ ਗੱਲ ਕਾਫੀ ਹੱਦ ਤੱਕ ਠੀਕ ਹੈ। ਪਰ ਜਿੱਦਾਂ ਤੁਸੀਂ ਹੁਣੇ ਜਗਮੀਤ ਉਹਨਾਂ ਬਾਰੇ ਗੱਲ ਦੱਸੀ ਹੈ ਕਿ ਉਹਨਾਂ ਨੂੰ ਪੈਨਿਕ ਬਟਨ ਇੱਕ ਮੁਹੱਈਆ ਕਰਵਾਇਆ ਗਿਆ, ਤੇ ਇੱਕ ਹਵਾਲਾ ਵੀ ਤੁਸੀਂ ਦਿੱਤਾ ਵੀ ਉਹਨਾਂ ਦੇ ਕੁਝ ਖਿੱਚੂ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਉਹ ਇਹ ਹੈ ਵੀ ਇਹ ਗੱਲ ਤਾਂ ਬਿਲਕੁਲ ਦਰੁਸਤ ਹੈ ਵੀ ਇੱਥੇ ਕਿਸੇ ਨੂੰ ਵੀ ਕੋਈ ਸਾਡੇ ਵੀ ਤੇ ਤੁਹਾਡੇ ਵੀ ਕੋਈ ਬਹੁਤਾ ਖਤਰਾ ਨਹੀਂ ਹੈ, ਪਰ ਉਹਦੇ ਬਾਵਜੂਦ ਹੋਇਆ ਇਹ ਹੈ ਵੀ ਜਿੱਦਾਂ ਕੁਝ ਗਰੁੱਪਸ ਬਣ ਜਾਂਦੇ ਆ ਤੇ ਕਿਸੇ ਵੇਲੇ ਵੀ ਕੋਈ ਵੀ ਜਿਹੜਾ ਆ ਖਪਖਾਨਾ ਜਿਹਾ ਪਾ ਦਿੰਦਾ ਹੈ, ਉਹਦੇ ਕਰਕੇ ਇਹ ਲੱਗਦਾ ਹੈ ਸ਼ਾਇਦ ਸਾਰੀ ਸੁਸਾਇਟੀ ਦੇ ਵਿੱਚ ਪ੍ਰੋਬਲਮ ਆ ਗਈ। ਸਾਰੀ ਸੁਸਾਇਟੀ 'ਚ ਕੋਈ ਪ੍ਰੋਬਲਮ ਨਹੀਂ ਹੈ, ਤੇ ਪਰ ਫਿਰ ਵੀ ਕੁਝ ਧੜੇ ਕੁਝ ਗਰੁੱਪ ਤੇ ਪੰਜਾਬ ਦੇ ਵਿੱਚ ਤਾਂ ਅੱਜ ਕੱਲ੍ਹ ਗੈਂਗਸਟਰਾਂ ਦਾ ਇੱਕ ਵੱਖਰਾ ਕਲਚਰ ਜਿਹਾ ਸ਼ੁਰੂ ਹੋ ਗਿਆ, ਉਹਦੇ ਕਰਕੇ ਮਜਬੂਰੀ ਜਿਹੀ ਬਣ ਗਈ ਹੈ ਵੀ ਹਾਂ ਸਿਕਿਉਰਿਟੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ। ਤੇ ਇਸ ਕਰਕੇ ਇਹ ਇੱਕ ਚਲਨ ਜਿਹਾ ਹੋ ਗਿਆ, ਇੱਕ ਟ੍ਰੈਂਡ ਜਿਹਾ ਬਣ ਗਿਆ। ਪਰ ਮੈਨੂੰ ਲੱਗਦਾ ਹੈ ਕਿ ਜੇ ਸੁਸਾਇਟੀ ਦੇ ਵਿੱਚ ਸਹੀ ਤਰੀਕੇ ਦੇ ਨਾਲ ਤੁਸੀਂ ਸਰਕਾਰਾਂ ਦੇ ਉੱਤੇ ਹੀ ਇਹ ਸਾਰਾ ਕੁਝ ਹੈਗਾ ਵੀ ਮਾਹੌਲ ਜਿਹੜਾ ਉਹ ਸਿਰਜ ਸਕੋ, ਤੇ ਖਾਸ ਤੌਰ ਤੇ ਜਿਹੜੇ ਯੰਗਸਟਰ ਹੈ ਯੂਥ ਹੈ ਉਹਨਾਂ ਵਾਸਤੇ ਉਹਦੇ ਹੱਥਾਂ ਦੇ ਵਿੱਚ ਕੰਮ ਦੇ ਸਕੋ, ਰੁਜ਼ਗਾਰ ਦੇ ਸਕੋ, ਤੇ ਨਾਲ ਦੀ ਨਾਲ ਸਹੀ ਤਰੀਕੇ ਦਾ ਮਾਹੌਲ ਦੇ ਸਕੋ, ਤਾਂ ਸ਼ਾਇਦ ਇਹ ਜਿਹੜਾ ਲਗਾਤਾਰ ਵਧਿਆ ਕਲਚਰ ਜਿਹੜਾ ਆ ਉਹਨੂੰ ਠੱਲ ਪੈ ਸਕਦੀ ਹੈ ਤੇ ਫਿਰ ਪੂਰੀਆਂ ਸਥਿਤੀਆਂ ਜਿਹੜੀਆਂ ਬਦਲ ਸਕਦੀਆਂ। ਉਂਝ ਨਹੀਂ ਤਾਂ ਇਹ ਹੈ ਵੀ ਲਗਾਤਾਰ ਇਹ ਚੀਜ਼ਾਂ ਵੱਧਦੀਆਂ ਚਲੀਆਂ ਜਾਣੀਆਂ, ਘਟਣ ਦੀ ਥਾਂ ਦੇ ਉੱਤੇ ਹੋਰ ਜ਼ਿਆਦਾ ਇਸ ਪਾਸੇ ਵੱਲ ਨੂੰ ਲੋਕ ਵਧਣਗੇ, ਤੇ ਇਕੱਲੇ ਸਰਕਾਰੀ ਕਹਿ ਲਓ ਵੀ ਜਿਹੜੇ ਸਰਕਾਰ 'ਚ ਬੈਠੇ ਲੋਕ ਆ ਉਹ ਹੀ ਨਹੀਂ, ਬਾਕੀ ਜਿਹੜੀਆਂ ਵੱਖ-ਵੱਖ ਹਸਤੀਆਂ ਹੈਗੀਆਂ ਸੁਸਾਇਟੀ ਦੇ ਵਿੱਚ ਵਰਕ ਕਰਨ ਵਾਲੇ ਜਿਹੜੇ ਕੋਈ ਮੂਹਰਲੇ ਲੋਕ ਹੁੰਦੇ ਆ, ਕੋਈ ਅਗਵਾਈ ਦੇਣ ਵਾਲੇ ਲੋਕ ਹੁੰਦੇ ਆ, ਉਹਨਾਂ ਨੂੰ ਫਿਰ ਸਿਕਿਉਰਿਟੀ ਦੇ ਨਾਂ ਦੇ ਉੱਤੇ ਲਗਾਤਾਰ ਇਸ ਤਰ੍ਹਾਂ ਦੀ ਸਿਕਿਉਰਿਟੀ ਜਿਹੜੀ ਆ ਵੱਡੇ ਤਾਦਾਦ ਦੇ ਵਿੱਚ ਜਿਹੜੀ ਨਫਰੀ ਜਿਹੜੀ ਦਿੱਤੀ ਜਾਇਆ ਕਰੇਗੀ, ਤੇ ਲੋਕ ਫਿਰ ਇਹਨੂੰ ਸਟੇਟਸ ਵੀ ਬਣਾ ਲੈਂਦੇ ਆ। ਜਿੱਦਾਂ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਖਾਲਿਸਤਾਨੀ ਮੂਵਮੈਂਟ ਦੇ ਦੌਰਾਨ ਜਿਹੜੀਆਂ ਲੋਕਾਂ ਨੂੰ ਸਿਕਿਉਰਿਟੀਜ਼ ਦਿੱਤੀਆਂ ਗਈਆਂ ਉਹ ਉਹਨਾਂ ਨੇ ਇੱਕ ਸਟੇਟਸ ਵੀ ਬਣਾ ਲਿਆ, ਤੇ ਫਿਰ ਉਹ ਚੇਂਜ ਕਰਕੇ ਵੀ ਸਿਕਿਉਰਿਟੀਜ਼ ਜਿਹੜੀ ਆ ਉਹ ਡਿਮਾਂਡ ਕਰਦੇ ਆ। ਜੇ ਉਹਨਾਂ ਨੂੰ ਨਹੀਂ ਮਿਲਦੀ ਤਾਂ ਫਿਰ ਜਾਲੀ ਕਿਸਮ ਦਾ ਕੋਈ ਆਪਣੇ ਤੇ ਅਟੈਕ ਕਰਵਾ ਕੇ ਹਮਲਾ ਕਰਵਾ ਕੇ ਵੀ ਸਿਕਿਉਰਿਟੀ ਅਰੇਂਜ ਕਰ ਦਿੰਦੇ ਆ। ਸੋ ਇਹ ਇੱਕ ਮਾਹੌਲ ਪੰਜਾਬ 'ਚ ਬਣ ਗਿਆ। ਬਾਕੀ ਕੈਨੇਡਾ ਦੇ ਵਿੱਚ ਵੀ ਇਦਾਂ ਦਾ ਕਲਚਰ ਜਿਹੜਾ ਮੈਨੂੰ ਲੱਗਦਾ ਹੈ ਹੌਲੀ ਹੌਲੀ ਵਧੇਗਾ ਜੀ। ਦਸਾਂਝ ਸਾਹਿਬ, ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤੇ ਉਹਦੇ ਵਿੱਚ ਕਾਫੀ ਜ਼ਿਆਦਾ ਚੀਜ਼ਾਂ ਨੂੰ ਲੈ ਕੇ ਖਾਸ ਕਰਕੇ ਕਾਂਗਰਸ ਪਾਰਟੀ ਦੇ, ਕਿਉਂਕਿ ਦੂਜਿਆਂ ਦੀ ਤੇ ਜਿਹੜੀ ਆ ਹੋਂਦ ਆ ਉਹ ਨਾ ਦੇ ਬਰਾਬਰ ਆ, ਤੇ ਮੈਂ ਦੇਖ ਰਿਹਾ ਕਿ ਅਜਾਲੀ ਸਾਹਿਬ ਜਿਹੜੇ ਨੇ ਚੁਣੇ ਗਏ ਇਹਨਾਂ ਦੇ ਲੀਡਰ ਅਕਾਲੀ ਦਲ ਵੱਲੋਂ, ਉਹ ਕਾਫੀ ਠਰਮੇ ਨਾਲ ਤੇ ਅੱਛੇ ਤਰੀਕੇ ਨਾਲ, ਮੈਨੂੰ ਲੱਗਿਆ ਨਹੀਂ ਕਿ ਉਹਨਾਂ ਨੇ ਕੋਈ ਟਕਰਾਓ ਪੈਦਾ ਕੀਤਾ ਹੋਵੇ ਉਸ ਦਿਨ ਦਾ, ਜਦੋਂ ਦੂਜੇ ਪਾਸੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਰੇਂਜ ਦੇ ਤੌਰ ਕਾਫੀ ਜਿਹੜੇ ਆ ਉਹ ਗਰਮ ਨਜ਼ਰ ਆਏ। ਤੇ ਜਦੋਂ ਵਿਧਾਨ ਸਭਾ 'ਚ ਬਹਿਸ ਹੁੰਦੀ ਆ ਤੇ ਇੱਕ ਦੂਜੇ ਨੂੰ ਮਿਹਣੋ ਮਿਹਣੀ ਵੀ ਹੁੰਦੇ ਆ, ਵੈਸੇ ਤਾਂ ਆਪੋਜੀਸ਼ਨ ਦਾ ਕੰਮ ਹੁੰਦਾ ਸਰਕਾਰ ਦੇ ਕੰਮਾਂ ਨੂੰ ਕ੍ਰਿਟਿਸਾਈਜ਼ ਕਰਨਾ, ਪਰ ਗੈਂਗਸਟਰ ਨੂੰ ਲੈ ਕੇ ਜਿਹੜੀ ਇੱਕ ਦੂਜੇ ਤੇ ਤੋਹਮਤਬਾਜ਼ੀ ਹੋ ਰਹੀ ਆ ਕਿ ਤੁਸੀਂ ਇਹ ਕੀਤਾ, ਤੁਸੀਂ ਅਨਸਾਰੀ ਨੂੰ ਰੱਖਿਆ, ਤੁਸੀਂ ਜੇ ਫਿਰ ਗੈਂਗਸਟਰਾਂ ਦੀ ਗੱਲ ਕਰਨੀ ਆ ਤੇ ਤੁਸੀਂ ਫਿਰ ਆ ਜਾਓ ਅਸੀਂ ਬਿਸ਼ਨੋਈ ਵਾਲਾ ਕੇਸ ਖੋਲ ਲੈਂਦੇ ਆ। ਇਹ ਕਿੱਦਾਂ ਦੀ ਪੋਲਿਟਿਕਸ ਵਿਧਾਨ ਸਭਾ 'ਚ ਹੋ ਰਹੀ ਆ, ਉਹ ਵੀ ਬਜਟ ਸੈਸ਼ਨ ਦੇ ਵਿੱਚ, ਜਦੋਂ ਪੰਜਾਬ ਬਹੁਤ ਗਹਿਰੇ ਵਿੱਤੀ ਸੰਕਟ 'ਚ ਘਿਰਿਆ ਹੋਇਆ। ਹੁਣੇ ਗਿੱਲ ਸਾਹਿਬ ਨਾਲ ਇਹ ਗੱਲਾਂ ਕਰਦੇ ਹਟੇ ਆ ਕਿ ਇਹਨੂੰ ਸਮਝਣ ਦੀ ਲੋੜ ਆ ਕਿ ਪੰਜਾਬ ਦੇ ਹਾਲਾਤ ਕੋਈ ਇੰਨੇ ਸਿਖਾਵੇਂ ਨਹੀਂ ਕਿ ਇੱਥੋਂ ਮੋੜ ਕੇ ਆਪਾਂ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾ ਦੇਣਾ, ਬਹੁਤ ਹਾਲਾਤ ਨਾਜ਼ੁਕ ਨੇ। ਤੇ ਫਿਰ ਇਸ ਦੌਰ ਦੇ ਵਿੱਚ ਵੀ ਅਸੀਂ ਫਜ਼ੂਲ ਤਰ੍ਹਾਂ ਦੀ ਬਹਿਸ ਤੇ ਟਾਈਮ ਵੇਸਟ ਕਰਦੇ ਆ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਬਜਟ ਸੈਸ਼ਨ ਹੈ ਤੇ ਲੋਕ ਤਾਂ ਇਸ ਗੱਲ ਦੀ ਸੀ ਬਜਟ ਦੇ ਆਰ-ਪਾਰ ਦੇਖਿਆ ਜਾਏ, ਬਜਟ ਦੀਆਂ ਖਾਸੀਅਤਾਂ ਤੇ ਬਜਟ ਦੀਆਂ ਖਾਮੀਆਂ ਦੇ ਉੱਤੇ ਜ਼ਿਕਰ ਹੋਵੇ, ਆਪੋਜੀਸ਼ਨ ਦੱਸੇ ਵੀ ਬਜਟ ਦੇ ਵਿੱਚ ਜੋ ਹੋਣਾ ਚਾਹੀਦਾ ਸੀ ਉਹ ਕਿਉਂ ਨਹੀਂ ਹੈਗਾ, ਜਾਂ ਵੀ ਉਹਦੇ ਤੇ ਸਰਕਾਰ ਜਿਹੜੀ ਕਿੱਥੇ ਖਲੋਦੀ ਹੈ ਤੇ ਸਰਕਾਰ ਉਹਦਾ ਜਵਾਬ ਦੇਵੇ। ਇੱਕ ਡਾਇਲੋਗ ਜਿਹੜਾ ਆ ਜ਼ਰੂਰ ਇਹ ਬਜਟ ਦੇ ਉੱਤੇ ਉਸ ਲੈਵਲ ਦਾ ਹੋਣਾ ਚਾਹੀਦਾ ਜਿਹੜਾ ਨਹੀਂ ਦਿਖਾਈ ਦੇ ਰਿਹਾ। ਬਜਟ ਦੀ ਥਾਂ ਦੇ ਉੱਤੇ ਕੁਝ ਹੋਰ ਹੀ ਜਿਹੜੀਆਂ ਗੱਲਾਂ ਉੱਥੇ ਹੋ ਰਹੀਆਂ, ਖਾਸ ਤੌਰ ਦੇ ਉੱਤੇ ਗੈਂਗਸਟਰ ਵਾਲਾ ਜਿਹੜਾ ਮਾਮਲਾ ਇੱਕ ਵਾਰ ਫਿਰ ਪੰਜਾਬ ਵਿਧਾਨ ਸਭਾ ਦੇ ਵਿੱਚ ਉਤਰਿਆ। ਇਹਦੇ ਚ ਨਾ ਜੀ ਮੈਂ ਸਮਝਦਾ ਕਿ ਜਿਹੜਾ ਹਰਜੋਤ ਸਿੰਘ ਬੈਂਸ ਉਹਨਾਂ ਨੇ, ਜਿਹੜੇ ਜੇਲ੍ਹ ਮੰਤਰੀ ਆ, ਉਹਨਾਂ ਨੇ ਤਾਂ ਇੱਕ ਫੈਕਟ ਉੱਥੇ ਰੱਖਿਆ ਵਿਧਾਨ ਸਭਾ ਦੇ ਵਿੱਚ, ਤੇ ਉਹ ਫੈਕਟ ਜਿਹੜਾ ਉਹ ਸਹੀ ਹੈ ਜਾਂ ਗਲਤ ਹੈ ਉਹ ਤਾਂ ਜਾਂਚ ਦਾ ਵਿਸ਼ਾ। ਉਹ ਕਹਿੰਦੇ ਵੀ ਅਸੀਂ ਜਾਂਚ ਕਰਵਾ ਰਹੇ ਹਾਂ,
ਉਹਨਾਂ ਨੇ ਕਿਹਾ ਮੁਖਤਾਰ ਅੰਸਾਰੀ ਬਾਰੇ, ਜਿਹੜਾ ਉੱਤਰ ਪ੍ਰਦੇਸ਼ ਤੋਂ ਆ, ਤੇ ਉਹ ਕਹਿੰਦੇ 10 ਪਰਚੇ ਉਹਦੇ ਤੇ ਸੀਗੇ ਤੇ ਉਹਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਇੱਥੇ ਲਿਆਂਦਾ ਗਿਆ ਪੰਜਾਬ ਦੇ ਵਿੱਚ। ਤੇ ਕਾਂਗਰਸੀ ਸਰਕਾਰ ਨੇ ਮਤਲਬ ਨੀਅਰ ਅਬਾਊਟ 2.5 ਸਾਲ ਤੱਕ ਉਹਨੂੰ ਰੋਪੜ ਜੇਲ੍ਹ ਦੇ ਵਿੱਚ ਸਿਕਿਉਰ ਰੱਖਿਆ ਤੇ VIP ਟ੍ਰੀਟਮੈਂਟਸ ਉਹਨੂੰ ਦਿੱਤੀਆਂ। 25 ਹਵਾਲਾਤੀ ਜੇ ਬੈਰਕ 'ਚ ਰਹਿ ਸਕਦੇ ਆ ਜਾਂ ਰਹਿੰਦੇ ਆ, ਉਹ 25 ਕੈਦੀਆਂ ਜਾਂ ਹਵਾਲਾਤੀਆਂ ਵਾਲੀ ਬੈਰਕ ਜਿਹੜੀ ਉਹਨੇ ਖਾਲੀ ਕੀਤੀ ਤੇ ਉਹਦੀ ਵਾਈਫ ਨੂੰ ਵੀ ਨਾਲ ਰੱਖਿਆ ਗਿਆ, VIP ਟ੍ਰੀਟਮੈਂਟ ਦਿੱਤੀ ਗਈ। ਤੇ 26 ਵਾਰ ਕਹਿੰਦੇ ਵੀ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਪ੍ਰੋਡਕਸ਼ਨ ਬਲੱਡ ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਦੀ ਸਰਕਾਰ ਨੇ ਇੱਕ ਸੀਨੀਅਰ ਮੋਸਟ ਵਕੀਲ ਸੁਪਰੀਮ ਕੋਰਟ 'ਚ ਉਹਦੇ ਲਈ ਕੀਤਾ ਕਿ ਨਹੀਂ, ਅਸੀਂ ਇਹਨੂੰ ਨਹੀਂ ਭੇਜਣਾ। ਤੇ 11 ਲੱਖ ਰੁਪਏ ਉਸ ਵਕੀਲ ਦੀ ਇੱਕ ਪੇਸ਼ੀ ਦੀ ਫੀਸ ਸੀਗੀ। ਤੇ ਹਰਜੋਤ ਬੈਂਸ ਨੇ ਇਹ ਕਿਹਾ ਕਿ ਸਾਡੇ ਕੋਲ 55 ਲੱਖ ਦਾ ਬਿੱਲ ਆਇਆ ਪਿਆ, ਕਾਂਗਰਸੀ ਸਰਕਾਰ ਨੇ ਉਹਨੂੰ ਪ੍ਰੋਟੈਕਟ ਕੀਤਾ ਤੇ ਅਸੀਂ ਉਹ 55 ਲੱਖ ਦਾ ਬਿੱਲ ਕਿਉਂ ਨਹੀਂ। ਇਹਦੇ ਤੋਂ ਬਹਿਸ ਭੱਜ ਗਈ ਜੇ ਪ੍ਰਤਾਪ ਸਿੰਘ ਬਾਜਵੇ ਹੋਰਾਂ ਨੇ, ਜਿਹੜੇ ਡਿਪਟੀ ਆਪਣੇ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਹੈਗੇ ਆ ਜਾਂ ਵਿਰੋਧੀ ਧਿਰ ਦੇ ਆਗੂ ਹੈਗੇ ਆ ਵਿਧਾਨ ਸਭਾ 'ਚ, ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਬਜਟ ਤੇ ਗੱਲ ਕਰਨ ਦੀ ਥਾਂ ਦੇ ਉੱਤੇ ਤੁਸੀਂ ਇਹ ਗੱਲਾਂ ਕਿਉਂ ਕਰਦੇ, ਇਹਦੀ ਕੀ ਲੋੜ ਆ। ਜੇ ਤੁਸੀਂ ਗੈਂਗਸਟਰਾਂ ਦੀ ਗੱਲ ਕਰਦੇ ਆ ਤਾਂ ਲਾਰੈਂਸ ਬਿਸ਼ਨੋਈ ਬਾਰੇ ਦੱਸ ਦਿਓ, ਜਿਹੜਾ ਤਿਹਾੜ ਜੇਲ੍ਹ ਦੇ ਵਿੱਚ VIP ਟ੍ਰੀਟਮੈਂਟ ਲੈ ਰਿਹਾ ਤੇ ਉਹ ਉੱਥੇ ਦਿੱਲੀ 'ਚ ਸਰਕਾਰ ਤੁਹਾਡੀ ਹੈ ਆਮ ਆਦਮੀ ਪਾਰਟੀ ਦੀ, ਤੇ ਇਹਦਾ ਮਤਲਬ ਹੈ ਕਿ ਉੱਥੇ ਆਮ ਆਦਮੀ ਪਾਰਟੀ ਨੇ ਉਹਨੂੰ ਪ੍ਰੋਟੈਕਸ਼ਨ ਦਿੱਤੀ ਹੋਈ ਹੈ। ਉਹ ਏਦਾਂ ਦੀਆਂ ਗੱਲਾਂ ਇਹ ਸ਼ੁਰੂ ਹੋ ਗਈਆਂ। ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਪ੍ਰਤਾਪ ਸਿੰਘ ਬਾਜਵਾ ਦਾ ਜਵਾਬ ਹੈ ਉਹ ਲੌਜੀਕਲ ਬਹੁਤਾ ਠੀਕ ਨਹੀਂ ਹੈ। ਉਹ ਇਸ ਕਰਕੇ ਆ ਵੀ ਹਾਂ ਅਸੀਂ ਟ੍ਰੀਟਮੈਂਟ ਦਿੱਤੀ ਹੈ, ਕਿਸਮ ਦਾ ਕਬੂਲਨਾਮਾ ਵੀ ਹੈ ਵੀ ਅਸੀਂ ਟ੍ਰੀਟਮੈਂਟ ਦਿੱਤੀ ਸੀ ਕਾਂਗਰਸੀ ਸਰਕਾਰ ਵੇਲੇ ਉਹਨੂੰ, ਜਿਹੜਾ ਅੰਸਾਰੀ ਹੈ। ਤੇ ਜੇ ਤੁਸੀਂ ਦੇ ਰਹੇ ਲਾਰੈਂਸ ਬਿਸ਼ਨੋਈ ਤੁਸੀਂ ਵੀ ਦੇਤੀ, ਵਿੱਚ ਕੀ ਰੌਲਾ। ਇਹ ਤਾਂ ਏਦਾਂ ਹੋਇਆ ਵੀ ਹਾਂ ਵੀ ਤੁਸੀਂ ਆਹ ਕਰਦੇ ਹੋ ਤੁਸੀਂ ਵੀ ਕਰ ਲਿਆ, ਇਹਦਾ ਮਤਲਬ ਕਬੂਲਨਾਮਾ ਹੋ ਗਿਆ ਵੀ ਹਾਂ ਅਸੀਂ ਦਿੱਤੀ ਸੀਗੀ ਉਹਨੂੰ ਟ੍ਰੀਟਮੈਂਟ ਸਪੈਸ਼ਲ। ਸੋ ਇਹਦੇ ਤੇ ਬਹਿਸ ਚੱਲ ਪਈ। ਉਧਰੋਂ ਅਕਾਲੀ ਦਲ ਕਹਿੰਦਾ ਵੀ ਇਹ ਦੋਨੋਂ ਲੜੀ ਜਾਂਦੇ ਆ ਵੀ ਇਹਦੀ ਜਾਂਚ ਜਿਹੜੀ ਆ ਕੇਂਦਰੀ ਏਜੰਸੀਆਂ ਤੋਂ ਹੋਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਇੱਕ ਤਾਂ ਵੈਸੇ ਇਸ ਵੇਲੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਦੇ ਉੱਤੇ ਸਿਆਸਤ ਲਗਾਤਾਰ ਚੱਲਦੀ ਹੈ। ਵਿਧਾਨ ਸਭਾ ਦੇ ਵਿੱਚ ਵੀ ਉਹੀ ਸਿਆਸਤ ਚੱਲ ਰਹੀ। ਲੋੜ ਸੀ ਵੀ ਪੰਜਾਬ ਦੇ ਮਸਲਿਆਂ ਦੇ ਉੱਤੇ ਫੋਕਸ ਹੁੰਦਾ, ਪੰਜਾਬ ਦੀ ਇਕਨੋਮੀ 'ਤੇ ਸਾਰਾ ਡਾਇਲੋਗ ਫੋਕਸ ਹੁੰਦਾ, ਪਰ ਗੱਲ ਕਿਸੇ ਹੋਰ ਪਾਸੇ ਚੱਲ ਗਈ ਹੈ। ਕਾਰਨ ਉਹਦਾ ਇਹੀ ਹੈ ਵੀ ਜਿਹੜੇ ਮਸਲੇ ਆ ਉਹਨਾਂ ਦੇ ਉੱਤੇ ਅਪਰੋਚ ਕਿਸੇ ਵੀ ਧਿਰ ਦੀ ਜਿਹੜੀ ਹੈ ਉਹ ਕੋਈ ਬਹੁਤ ਵਾਜਬ ਨਹੀਂ ਹੈ, ਸਹੀ ਨਹੀਂ ਹੈ। ਤੇ ਇਸ ਕਰਕੇ ਫਿਰ ਇਸ ਤਰ੍ਹਾਂ ਦੇ ਮਸਲਿਆਂ ਨੂੰ ਜਿਹੜਾ ਆ ਉਹ ਜ਼ਿਆਦਾ ਜਿਹੜਾ ਚਰਚਾ 'ਚ ਲਿਆਂਦਾ ਜਾਂਦਾ। ਦਸਾਂਝ ਸਾਹਿਬ, ਜਿਹੜੇ ਸਾਡੇ ਐਕਸਪਰਟ ਨੇ, ਖਾਸ ਕਰਕੇ ਅਰਥ ਸ਼ਾਸਤਰੀ ਜਿਹੜੇ ਨੇ, ਜਿੱਦਾਂ ਮੈਂ ਗਿੱਲ ਸਾਹਿਬ ਦਾ ਜ਼ਿਕਰ ਕਰ ਸਕਦਾ, ਉਹਨਾਂ ਨੇ ਹੁਣੇ ਹੀ ਸਾਡੇ ਨਾਲ ਗੱਲਬਾਤ ਦੇ ਵਿੱਚ ਇੱਕ ਗੱਲ ਕੀਤੀ ਕਿ ਪੰਜਾਬ ਸਰਕਾਰ ਜਿਹੜੀ ਆ ਉਹਦਾ ਨੀਅਤ ਬਿਲਕੁਲ ਠੀਕ ਲੱਗਦੀ ਆ, ਉਹ ਕੰਮ ਕਰਨਾ ਚਾਹੁੰਦੇ ਆ, ਪਰ ਜਿੱਦਾਂ ਉਹਨਾਂ ਦੀ ਡਿਪੈਂਡੈਂਸੀ ਆ ਇੱਕ ਤਾਂ ਦਿੱਲੀ ਵਾਲਿਆਂ ਤੇ, ਜਿਹਨੂੰ ਪੰਜਾਬ ਵਾਲੇ ਲੋਕ ਬਹੁਤਾ ਪਸੰਦ ਨਹੀਂ ਕਰ ਰਹੇ, ਔਰ ਦੂਸਰਾ ਉਹਨਾਂ ਦੀ ਜ਼ਿਆਦਾ ਜਿਹੜੀ ਡਿਪੈਂਡੈਂਸੀ ਆ ਉਹ ਹੈ ਅਫਸਰਸ਼ਾਹੀ ਤੇ, ਬਿਊਰੋਕ੍ਰੇਸੀ ਤੇ। ਤੇ ਬਿਊਰੋਕ੍ਰੇਸੀ ਦੇ ਪੁਰਾਣੇ ਲਿੰਕ ਨੇ ਪੁਰਾਣੇ ਸਿਆਸਤਦਾਨਾਂ ਨਾਲ। ਇੱਥੋਂ ਤੱਕ ਉਹਨਾਂ ਕਿਹਾ ਕਿ ਹਾਈ ਕੋਰਟ ਦੇ ਜੱਜ ਤੱਕ ਜਿਹੜੇ ਆ ਉਹ ਪੁਰਾਣੇ ਜਿਹੜੇ ਆ ਲੀਡਰਸ਼ਿਪ ਰਹੀਆਂ ਨੇ ਉਹਨਾਂ ਨੇ ਅਪੁਆਇੰਟ ਕੀਤੇ ਹੋਏ, ਇਸ ਕਰਕੇ ਕਿਤੇ ਨਾ ਕਿਤੇ ਉਹ ਫੇਵਰ ਕਰਦੇ ਆ ਉਹਨਾਂ ਦੀ। ਤੇ ਹੁਣ ਤੇ ਸ਼ਰੇਆਮ ਹੀ ਹੋ ਗਿਆ, ਆਪਾਂ ਇਹ ਪਹਿਲੇ ਦਿਨ ਤੋਂ ਮਹਿਸੂਸ ਕਰ ਰਹੇ ਕਿ ਅਫਸਰਸ਼ਾਹੀ ਉਹਨਾਂ ਦਾ ਆਖਾ ਮੰਨ ਨਹੀਂ ਰਹੀ। ਤੇ ਹੁਣ ਤੇ ਜਿਹੜੇ ਮਾਲ ਮਹਿਕਮੇ ਦੇ ਅਫਸਰ ਬਦਲੇ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ, ਤੇ ਤੁਸੀਂ ਖਬਰ ਭੇਜੀ ਆ ਮੈਨੂੰ ਕਿ ਉਹ ਕਹਿੰਦੇ ਅੱਖਾਂ ਦਿਖਾਉਣ ਲੱਗੇ, ਉਹ ਕਹਿੰਦੇ ਜਾਓ ਅਸੀਂ ਨਹੀਂ ਜਾਂਦੇ, ਤੁਸੀਂ ਬਦਲ ਦਿਓ ਜਿੱਥੇ ਮਰਜ਼ੀ। ਹੁਣ ਆਪਣੀਆਂ ਸੀਟਾਂ ਹੀ ਨਹੀਂ ਛੱਡੀਆਂ। ਇਹ ਕਿੱਦਾਂ ਸੰਭਵ ਆ? ਦੂਜੇ ਪਾਸੇ ਤੇ ਅਜੇ ਉਹਨਾਂ ਦਾ ਲੈਵਲ ਅਫਸਰਸ਼ਾਹੀ ਦੇ ਵਿੱਚ ਉਹ ਰੁਤਬਾ ਨਹੀਂ ਆ ਜਿਹੜਾ IAS ਅਫਸਰਾਂ ਦਾ ਹੈ। ਜਦੋਂ ਉਹ TC ਲੱਗ ਜਾਂਦੇ ਆ ਤੇ ਉਹਦੇ ਤੋਂ ਉੱਪਰ ਸੈਕਟਰੀ ਬਣ ਕੇ ਜਾਂਦੇ ਆ, ਉਹਨਾਂ ਦੇ ਬਰਾਬਰ ਨਾਇਬ ਤਹਿਸੀਲਦਾਰ ਤੇ ਬਹੁਤ ਜੂਨੀਅਰ ਹੁੰਦੇ ਆ। ਜੇ ਉਹ ਹੀ ਨਹੀਂ ਇਹਨਾਂ ਕੋਲ ਕਾਬੂ ਆ ਰਹੇ, ਪਿੱਛੇ ਪਟਵਾਰੀ ਇਹਨਾਂ ਨੂੰ ਵੱਟ ਪਾਈ ਫਿਰਦੇ ਰਹੇ, ਤੇ ਫਿਰ ਕਿੱਦਾਂ ਚੱਲੂਗਾ ਪੰਜਾਬ ਦਾ ਪ੍ਰਸ਼ਾਸਨ? ਦੋ ਗੱਲਾਂ ਤੁਸੀਂ ਕੀਤੀਆਂ। ਜਿਹੜੀ ਪਹਿਲੀ ਗੱਲ ਹੈ ਦਿੱਲੀ ਤੇ ਡਿਪੈਂਡੈਂਸੀ ਵਾਲਾ ਮਸਲਾ, ਜਿਹੜਾ ਇਹ ਵੀ ਅਸੀਂ ਪਹਿਲੇ ਦਿਨ ਤੋਂ ਵਿਚਾਰ ਰਹੇ ਹਾਂ। ਉਹਦੇ 'ਚ ਮੈਂ ਸਮਝਦਾ ਕਿ ਸ਼ਾਇਦ ਉਹਦੇ ਨਾਲ ਤਾਂ ਕੋਈ ਬਹੁਤਾ ਲੋਕਾਂ ਦਾ ਲੈਣ ਦੇਣ ਨਹੀਂ ਹੈ। ਉਹ ਤਾਂ ਤੁਸੀਂ ਮੀਡੀਆ ਨੇ ਇਹ ਗੱਲ ਉਭਾਰੀ ਹੈ ਕਿ ਉਹ ਦਿੱਲੀ ਅਸੀਂ ਕਰ ਦਿੰਦੇ ਹਾਂ ਬਹੁਤ ਜ਼ਿਆਦਾ, ਅਰਵਿੰਦ ਕੇਜਰੀਵਾਲ ਦਾ ਦਖਲ ਬੜਾ ਜੀ, ਇਹ ਆ ਉਹ ਆ।
ਕਿੰਨਾ ਕੁ ਦਖਲ ਹੈ ਕਿੰਨਾ ਕੁ ਨਹੀਂ ਦਖਲ ਹੈ ਆਪਣੀ ਵੱਖਰੀ ਗੱਲ ਹੈ। ਇਹਨਾਂ ਆਮ ਬੰਦੇ ਨੇ ਕੁਛ ਨਹੀਂ ਲੈਣਾ। ਆਮ ਬੰਦੇ ਨੂੰ ਤਾਂ ਆਪਣੇ ਕੰਮ ਜਿਹੜੇ ਆ ਉਹ ਜ਼ਿਆਦਾ ਆ ਵੀ ਕੰਮ ਹੋਣੇ ਚਾਹੀਦੇ ਆ। ਇਹ ਬੜਾ ਲੌਜੀਕਲ ਜਿਹਾ ਮਸਲਾ ਹੈਗਾ ਵੀ ਦਿੱਲੀ ਦਾ ਦਖਲ ਕਿੰਨਾ ਕਿ ਨਹੀਂ ਹੈ ਜਾਂ ਨਹੀਂ ਹੋਣਾ ਚਾਹੀਦਾ। ਦੇਖੋ ਪੋਲੀਟੀਕਲ ਪਾਰਟੀ ਹੈ ਤੇ ਉਹਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਨੇ, ਤਾਂ ਹੈ ਨਹੀਂ ਵੀ ਭਗਵੰਤ ਮਾਨ ਆਪਣੀ ਮਰਜ਼ੀ ਨਾਲ ਸਾਰਾ ਕੁਝ ਕਰੀ ਜਾਣਗੇ। ਰੂਟੀਨ ਦੀ ਗੱਲ ਹੈ ਵੀ ਜਿਹੜੀ ਵੀ ਕੋਈ ਪਾਰਟੀ ਆ ਉਹਦੇ ਜਿਹੜੀ ਸੁਪਰੀਮੋ ਆ ਜਾਂ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਹਦਾ ਦਖਲ ਰਹਿੰਦਾ ਹੈ। ਸਾਨੂੰ ਇਹ ਤਕਲੀਫ ਕਦੀ ਨਹੀਂ ਹੋਈ ਵੀ ਹਾਂ ਵੀ ਮਤਲਬ ਕਾਂਗਰਸ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਜਿਹੜੀ ਹੈ ਉਹ ਪੰਜਾਬ 'ਚ ਜਦੋਂ ਆਉਂਦੀ ਆ ਆਪਣੀ ਲੀਡਰਸ਼ਿਪ ਨੂੰ ਮਿਲਦੀ ਹੈ ਜਾਂ ਪੰਜਾਬ ਦੇ ਉਹਨਾਂ ਕੋਲ ਜਾਂਦੇ ਆ। ਕਾਂਗਰਸ ਵੇਲੇ ਅਸੀਂ ਬੜੀ ਚਰਚਾ ਕੀਤੀ ਵੀ ਹਰ ਗੱਲ ਜਿਹੜੀ ਆ ਉਹ ਚੰਨੀ ਹੋਵੇ ਜਾਂ ਕੋਈ ਵੀ ਹੋਵੇ ਉਹ ਸਿੱਧੇ ਗਾਂਧੀ ਪਰਿਵਾਰ ਕੋਲ ਜਾਂਦੇ ਆ। ਪਰ ਓਵਰਆਲ ਜਿਹੜੀ ਇੱਕ ਪਾਰਟੀ ਆ ਉਹਦੇ ਪਾਰਟੀ ਦੇ ਮੁਖੀ ਜਾਂ ਪਾਰਟੀ ਦੀ ਹਾਈ ਕਮਾਂਡ ਦਾ ਦਖਲ ਤਾਂ ਰਹਿਣਾ ਹੀ ਹੈ। ਇਹਨੂੰ ਤੁਸੀਂ ਇਹ ਕਹਿ ਕੇ ਵੀ ਪੰਜਾਬ ਆਪਣੇ ਫੈਸਲੇ ਕਰੇ, ਪੰਜਾਬ ਆਪਣੇ ਫੈਸਲੇ ਕਰੇ, ਪੰਜਾਬ ਕਿਹੜੇ ਫੈਸਲੇ ਆਪਣੇ ਆਪ ਕਰ ਲਊਗਾ, ਭਗਵੰਤ ਮਾਨ ਕਿਹੜੇ ਫੈਸਲੇ ਕਰ ਦੇਣਗੇ? ਉਹਨਾਂ ਦੀ ਇੱਕ ਹਾਈ ਕਮਾਂਡ ਹੈ, ਉਹਦੇ ਮੁਤਾਬਕ ਹੀ ਕੰਮ ਹੋਣਾ। ਇਹਦੇ ਤੇ ਤਾਂ ਕੋਈ ਬਹੁਤਾ ਮਸਲਾ ਨਹੀਂ ਹੈ। ਇਹ ਤਾਂ ਮੀਡੀਆ 'ਚ ਉਭਾਰਿਆ ਗਿਆ ਮੁੱਦਾ ਆ। ਇਹਦੇ ਤੋਂ ਆਮ ਬੰਦੇ ਨੇ ਕੁਝ ਨਹੀਂ ਲੈਣਾ ਦੇਣਾ। ਆਮ ਬੰਦੇ ਨੂੰ ਤਾਂ ਆਪਣੇ ਕੰਮ ਚਾਹੀਦੇ ਆ ਹੁਣ, ਕੋਈ ਕਰੇ, ਚਾਹੇ ਕੇਜਰੀਵਾਲ ਆ ਕੇ ਕਰ ਦੇਵੇ, ਚਾਹੇ ਜਿਹੜਾ ਮਰਜ਼ੀ ਆ ਕੇ ਕਰ ਦੇਵੇ। ਇਸ ਕਰਕੇ ਮੈਂ ਇਹਦੇ ਤੇ ਥੋੜਾ ਵੱਖਰਾ ਸੋਚਦਾ। ਹਰ ਗੱਲ ਤੇ ਇਸ ਗੱਲ ਨੂੰ ਕ੍ਰਿਟੀਸਾਈਜ਼ ਕਰੀ ਜਾਣਾ ਭਗਵੰਤ ਮਾਨ ਨੂੰ ਵੀ ਲਓ ਜੀ ਇਹ ਦਿੱਲੀ ਚਲ ਗਿਆ, ਦਿੱਲੀ ਚਲ ਗਿਆ। ਕਿਉਂ ਨਾ ਜਾਵੇ ਭਾਈ? ਉਹਦੀ ਪੋਲੀਟੀਕਲ ਪਾਰਟੀ ਦਾ ਚੀਫ ਹੈ, ਉਹਦੇ ਨਾਲ ਗੱਲ ਨਹੀਂ ਕਰਨੀ, ਉਹਨੇ ਕਰਨੀ ਆ, ਠੀਕ ਹੈ ਹਨਾ। ਇਹ ਵੀ ਸ਼ਰਤ ਕਾਹਦੀ ਆ ਵੀ ਨਹੀਂ ਭਗਵੰਤ ਮਾਨ ਕਿਉਂ ਜਾਂਦੇ ਆ ਉੱਥੇ, ਕੇਜਰੀਵਾਲ ਕਿਉਂ ਨਹੀਂ ਚੰਡੀਗੜ੍ਹ ਆ ਜਾਂਦਾ? ਇਹ ਐਵੇਂ ਫਜ਼ੂਲ ਦੀਆਂ ਗੱਲਾਂ ਆ। ਇਹਦੇ ਤੇ ਨਹੀਂ ਮੈਨੂੰ ਲੱਗਦਾ ਕਿ ਬਹੁਤੀ ਬਹਿਸ ਕਰਦੀ ਜ਼ਰੂਰਤ। ਹਾਂ ਇਹ ਜ਼ਰੂਰ ਹੈ ਕਿ ਇਹ ਜਿਹੜੀ ਗੱਲ ਅਸੀਂ ਹੁਣ ਬਿਊਰੋਕ੍ਰੇਸੀ ਦੀ ਕਰ ਰਹੇ ਹਾਂ ਉਹਦੇ 'ਚ ਪਟਵਾਰੀ ਜਾਂ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਜਿਹੜੇ ਆ ਇਹ ਜਿਹੜੇ ਤਾਂ ਬਹੁਤ ਜੂਨੀਅਰ ਹੈ। ਜਿੱਦਾਂ ਤੁਸੀਂ ਕਿਹਾ ਇਹਨਾਂ ਪਿੰਡ ਪੂਰੀ ਸਹਿਮਤੀ ਆ, ਪਰ ਜਿਹੜੀ ਉੱਪਰਲੀ ਬਿਊਰੋਕ੍ਰੇਸੀ ਹੈ ਇਹ ਪਹਿਲੇ ਦਿਨ ਤੋਂ ਅਸੀਂ ਕਹਿ ਰਹੇ ਹਾਂ, ਪਹਿਲੇ ਦਿਨ ਤੋਂ ਵੀ ਜੇ ਬਿਊਰੋਕ੍ਰੇਸੀ ਦੇ ਨਾਲ ਸਹੀ ਤਾਲਮੇਲ ਨਾ ਬੈਠਾ ਭਗਵੰਤ ਮਾਨ ਦੀ ਸਰਕਾਰ ਦਾ, ਤੇ ਇਹ ਸਰਕਾਰ ਜਿਹੜੀ ਚੱਲਣੀ ਬੜੀ ਔਖੀ ਹੋ ਜਾਣੀ ਆ। ਉਹਨਾਂ ਨੇ ਚੱਲਣੇ ਨਹੀਂ ਦੇਣੀ। ਕਿਉਂਕਿ ਜਿਹੜੀ ਗੱਲ ਤੁਸੀਂ ਵੀ ਕਹੀ ਆ, ਸੁੱਚਾ ਸਿੰਘ ਗਿੱਲ ਨੇ ਵੀ ਕਹੀ ਹੋਈ ਕਿ ਮੈਂ ਸੁਣਿਆ ਨਹੀਂ ਵੀ ਇਹ ਜਿਹੜਾ ਨਾ ਜਿਹੜੀ ਪਿਛਲੇ ਲੋਕ ਹੈਗੇ ਆ ਉਹਨਾਂ ਨਾਲ ਇਹਨਾਂ ਦਾ ਤਾਲਮੇਲ ਹਾਲੇ ਵੀ ਆ। ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ, ਬਿਊਰੋਕ੍ਰੇਸੀ ਕੰਮ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਲਈ ਜਾਂ ਕਾਂਗਰਸ। ਇਹ ਗੱਲ ਬਿਲਕੁਲ ਕਲੀਅਰ ਹੈ। ਥੱਲੇ ਕੋਈ ਕੰਮ ਨਹੀਂ ਲੋਕਾਂ ਦੇ ਹੋ ਰਿਹਾ। ਤਾਂ ਮੈਨੂੰ ਨਿੱਜੀ ਤਜਰਬੇ ਹੈਗੇ ਆ ਪਿਛਲੇ ਲੰਮੇ ਸਮੇਂ ਤੋਂ, ਜਦ ਤੋਂ ਇਹ ਸਰਕਾਰ ਬਣੀ ਹੈ। ਪਰਸਨਲ ਮੇਰੇ ਐਕਸਪੀਰੀਅੰਸ ਹੈ ਕਿ ਥੱਲੇ ਉੱਤੋਂ ਕਹਿਣ ਦੇ ਬਾਵਜੂਦ ਬਕਾਇਦਾ ਮਾਰਕ ਹੋ ਗਿਆ, ਫੋਨ ਕਰ ਦਿੱਤੇ, ਉਹਦੇ ਬਾਵਜੂਦ ਥੱਲੇ ਕੋਈ ਕੰਮ ਨਹੀਂ ਕਰ ਰਿਹਾ। ਬਿਊਰੋਕ੍ਰੇਸੀ ਆਪਣੀ ਥਾਂ ਦੇ ਉੱਤੇ ਆ। ਥੱਲੇ ਬਿਊਰੋਕ੍ਰੇਸੀ ਦੇ ਜਿਹੜੇ ਲੋਕ ਕੰਮ ਕਰ ਰਹੇ ਆ, ਸਧਾਰਨ ਜਿਹੜੇ ਕਲਰਕ ਕਹਿ ਜਾ ਉਹ ਵੀ ਕੋਈ ਕੰਮ ਨਹੀਂ ਕਰ ਰਹੇ। ਕਿਉਂਕਿ ਅਲਟੀਮੇਟਲੀ ਤੁਹਾਡੇ ਕੰਮਾਂ ਨੂੰ ਜਿਹੜਾ ਆ ਕੰਪਲੀਟ ਜਾਂ ਜੋ ਵੀ ਹੁਕਮ ਹੈ ਉਹਨੂੰ ਅਪਲਾਈ ਜਿਹੜਾ ਆ ਉਹ ਬਿਲਕੁਲ ਹੇਠਲੇ ਜਿਹੜੇ ਲੋਕ ਆ ਉਹਨਾਂ ਨੇ ਕਰਨਾ ਹੁੰਦਾ। ਤੀਜੇ ਚੌਥੇ ਦਰਜੇ ਦੇ ਮੁਲਾਜ਼ਮਾਂ ਨੇ ਉਹ ਵੀ ਨਹੀਂ ਕੰਮ ਕਰ ਰਹੇ। ਹੁਣ ਇਹ ਜਿਹੜਾ ਪਟਵਾਰੀਆਂ ਤੋਂ ਬਾਅਦ ਹੁਣ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦਾ ਮਸਲਾ ਆ, 16 ਜੂਨ ਨੂੰ 206 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਜਿਹੜੇ ਬਣੇ ਉਹਨਾਂ ਨੇ ਚਾਰਜ ਛੱਡਣ ਤੋਂ ਨਾ ਕਰਤੀ। ਇੱਕ ਮੁੱਖ ਹੋ ਕੇ ਕਹਿੰਦੇ ਅਸੀਂ ਨਹੀਂ ਜਾਂਦੇ, ਤੇ ਇਹਨੂੰ ਕਹਿੰਦੇ ਅਸੀਂ ਜਿੱਥੇ ਬੈਠੇ ਉੱਥੇ ਬੈਠਾਂਗੇ। ਹੁਣ ਸਰਕਾਰ ਨੇ ਕਿਹਾ ਵੀ ਡੀਸੀ ਜਿੰਨੇ ਵੀ ਆ ਉਹਨਾਂ ਨੂੰ ਹੁਕਮ ਜਾਰੀ ਕਰਤੇ ਵੀ ਇਹਨਾਂ ਨੂੰ ਭੇਜੋ ਆਪਣੀ ਥਾਂ ਦੇ ਉੱਤੇ। ਇਹ ਕਿੱਦਾਂ ਦੀ ਸਰਕਾਰ ਆ ਭਾਈ? ਜੇ ਸਰਕਾਰ ਦਾ ਹੁਕਮ 16 ਜੂਨ ਦਾ ਹਾਲੇ ਤੱਕ ਮੰਨਿਆ ਨਹੀਂ ਗਿਆ, ਨਾਇਬ ਤਹਿਸੀਲਦਾਰ ਦੇ ਬੰਦੇ ਕਹਿੰਦੇ ਨਹੀਂ ਜਾਂਦੇ ਅਸੀਂ, ਇਹਦਾ ਮਤਲਬ ਸਰਕਾਰ ਤਾਂ ਫਿਰ ਉਹ ਹੋ ਗਈ ਨਾ ਜਿਹੜੇ ਸਰਕਾਰ ਦੇ ਹੁਕਮ ਨਹੀਂ ਮੰਨਦੇ। ਕਾਰਨ ਉਹਦਾ ਇਹ ਹੈ ਵੀ ਪਟਵਾਰੀਆਂ ਨੇ ਵੀ ਝੁਕਾ ਲਿਆ ਸਰਕਾਰ ਨੂੰ। ਨਾਇਬ ਤਹਿਸੀਲਦਾਰ ਤੇ ਜਾਂ ਰੈਵਨਿਊ ਦੇ ਜਿਹੜੇ ਬਾਕੀ ਆਫਿਸਰਸ ਆ ਉਹ ਵੀ ਇੱਕ ਦੋ ਵਾਰੀ ਸਟ੍ਰਾਈਕ ਤੇ ਜਾ ਚੁੱਕੇ ਆ। ਉਹਨਾਂ ਦੀ ਗੱਲ ਮੰਨ ਕੇ ਫਿਰ ਇਹਨਾਂ ਨੂੰ ਸਟ੍ਰਾਈਕ ਤੋਂ ਵਾਪਸ ਲਿਆਂਦਾ ਸਰਕਾਰ ਨੇ। ਉਹਨਾਂ ਦੀ ਗੱਲ ਮੰਨ ਕੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਹ ਸਰਕਾਰ ਨੂੰ ਝੁਕਾ ਸਕਦੇ ਹਾਂ, ਕਿਉਂਕਿ ਰੈਵਨਿਊ ਡਿਪਾਰਟਮੈਂਟ ਦੀ ਸਭ ਤੋਂ ਇੰਪੋਰਟੈਂਟ ਡਿਪਾਰਟਮੈਂਟ ਹੈ ਜਿੱਥੋਂ ਜਿਹੜਾ ਰੈਵਨਿਊ ਜਨਰੇਟ ਹੁੰਦਾ ਹੈ ਸਰਕਾਰ ਲਈ ਵੀ, ਤੇ ਉਹੀ ਇਹ ਡਿਪਾਰਟਮੈਂਟ ਹੈ ਜਿੱਥੇ ਸਭ ਤੋਂ ਜ਼ਿਆਦਾ ਕਰਪਸ਼ਨ ਆਪਾਂ ਨੂੰ ਇਸ ਗੱਲ ਦਾ ਪਤਾ ਹੈ। ਜੇ ਉਹ ਬੰਦ ਕਰ ਦਿੰਦੇ ਆ ਕੰਮ ਤਾਂ ਸਾਰਾ ਕੁਝ ਬੰਦ ਹੋ ਜਾਂਦਾ। ਪਿੱਛੇ ਵੀ ਸਟ੍ਰਾਈਕ ਰਹੀ ਕਾਫੀ ਲੰਬਾ ਸਮਾਂ, 15-20 ਦਿਨ ਸਟ੍ਰਾਈਕ ਰਹੀ। ਬਾਅਦ ਵਿੱਚ ਉਹਨਾਂ ਨੂੰ ਬਣਾ ਕੇ ਮਤਲਬ ਜਿਹੜੀ ਧਮਕੀਆਂ ਤੱਕ ਵੀ ਜਿਹੜੀਆਂ ਚਿੱਠੀਆਂ ਲਿਖ ਕੇ ਉਹਨਾਂ ਨੇ ਦਿੱਤੀਆਂ ਇੱਕ ਦੋ ਕੇਸਿਸ ਏਦਾਂ ਦੇ ਹੋਏ ਸੀਗੇ। ਸੋ ਇਸ ਕਰਕੇ ਸਰਕਾਰ ਨੂੰ ਬਹੁਤ ਕੇਅਰਫੁਲ ਹੋ ਕੇ
ਇੱਕ ਤਾਲਮੇਲ ਸਥਾਪਿਤ ਕਰਨਾ ਪਏਗਾ, ਦੇਖਣਾ ਪਏਗਾ ਵੀ ਇਹ ਜਿਹੜੇ ਵਿਗੜੇ ਹੋਏ ਘੋੜੇ ਆ ਇਹਨਾਂ ਨੂੰ ਕਿੱਦਾਂ ਸਹੀ ਰਾਹ ਤੇ ਲਿਆਂਦਾ ਜਾਵੇ। ਬਹੁਤ ਔਖਾ ਕੰਮ ਹੈ। ਪਹਿਲੇ ਦਿਨ ਤੋਂ ਅਸੀਂ ਕਹਿ ਰਹੇ ਹਾਂ ਵੀ ਉਹਨਾਂ ਦਾ ਸਭ ਤੋਂ ਔਖਾ ਕਾਰਜ ਇਹੀ ਹੈ ਵੀ ਬਿਊਰੋਕ੍ਰੇਸੀ ਤੇ ਥੱਲੇ ਤੱਕ ਫੈਲੇ ਜਿਹੜਾ ਕਰਪਸ਼ਨ ਹੈ ਉਹਨੂੰ ਜੇ ਠੀਕ ਕਰਨਾ ਹੈ ਤਾਂ ਉਹਦੇ ਵਾਸਤੇ ਇਹਨਾਂ ਲੋਕਾਂ ਨੂੰ ਕਿੱਦਾਂ ਕੰਟਰੋਲ ਲੈਣਾ। ਜੀ ਦਸਾਂਝ ਸਾਹਿਬ, ਆਪਾਂ ਬਜਟ ਸੈਸ਼ਨ ਦੇ ਦੁਆਲੇ ਇੱਕ ਦੀ ਹੋਰ ਗੱਲ ਕਰ ਲੈਂਦੇ ਆ ਕਿ ਪਹਿਲੀ ਵਾਰ ਹੋਇਆ ਕਿ ਇਹ ਸਾਰੇ ਦਾ ਸਾਰਾ ਟੈਲੀਵਿਜ਼ਨਾਂ ਦੇ ਰਾਹੀਂ ਲਾਈਵ ਸਾਡੇ ਤੱਕ ਪਹੁੰਚਣਾ ਸ਼ੁਰੂ ਹੋਇਆ ਔਰ ਇਹਦੇ ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਲੋਕਾਂ ਨੂੰ ਪਤਾ ਲੱਗੀਆਂ। ਪਹਿਲਾਂ ਤਾਂ ਕੋਈ ਜਿਹੜਾ ਪਾਸ ਬਣਾ ਕੇ ਵਿਧਾਨ ਸਭਾ ਦੀ ਕਾਰਵਾਈ ਵੇਖਣ ਦਾ ਥੋੜ੍ਹੇ ਬਹੁਤ ਲੋਕ ਵੇਖ ਸਕਦੇ ਸੀਗੇ, ਹੁਣ ਘਰ ਘਰ ਤੱਕ ਇਹ ਗੱਲਾਂ ਪਹੁੰਚੀਆਂ ਔਰ ਪਤਾ ਲੱਗਣ ਲੱਗਿਆ ਕਿ ਉੱਥੇ ਸਾਡੇ ਚੁਣੇ ਹੋਏ ਨੁਮਾਇੰਦੇ ਕਰਦੇ ਕੀ ਨੇ। ਤਾਂ ਹੀ ਸਾਨੂੰ ਪਤਾ ਲੱਗਿਆ ਕਿ ਚੱਲ ਤੇ ਬਜਟ ਸੈਸ਼ਨ ਰਿਹਾ ਤੇ ਗੱਲਾਂ ਕੁਝ ਹੋਰ ਹੀ ਹੋ ਰਹੀਆਂ ਨੇ। ਸੋ ਇਹ ਇੱਕ ਚੰਗਾ ਉਦਮ ਵੀ ਆ, ਪਰ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਵਿਰੋਧੀ ਧਿਰ ਵਾਲੇ ਕਹਿੰਦੇ ਕਿ ਸਾਡੀਆਂ ਫੋਟੋ ਹੀ ਨਹੀਂ ਪੂਰੀ ਤਰ੍ਹਾਂ ਆਉਂਦੀਆਂ ਚੰਗੀ ਤਰ੍ਹਾਂ। ਉਹ ਪਤਾ ਨਹੀਂ ਉੱਥੇ ਕਿਹੜੀ ਐਕਟਿੰਗ ਕਰਕੇ ਦਿਖਾਉਣਾ ਚਾਹੁੰਦੇ ਆ ਕਿ ਉਹਨਾਂ ਨੂੰ ਫੋਟੋ ਜਿਹੜੀਆਂ ਪੂਰੀਆਂ ਹੋਣ ਤੇ ਸਾਨੂੰ ਦੂਰੋਂ ਦੂਰੋਂ ਦਿਖਾਉਂਦੇ ਆ ਤੇ ਆਪ ਅੱਗੇ ਹੋ ਕੇ ਦਿਖਦੇ ਆ। ਦੇਖੋ ਗੱਲ ਇਹ ਹੈ ਵੀ ਪਾਰਦਰਸ਼ਤਾ ਤਾਂ ਲਾਜ਼ਮੀ ਹੈ ਨਾ ਕਿ ਦੇਖੋ ਇਹ ਜਿਹੜਾ ਲਾਈਵ ਹੋ ਰਿਹਾ ਇਹ ਲਾਈਵ ਕੋਈ ਪ੍ਰਾਈਵੇਟ ਚੈਨਲ ਜਾਂ ਹੋਰ ਕੋਈ ਚੈਨਲ ਨਹੀਂ ਕਰ ਰਿਹਾ। ਜਿਹੜੇ ਚੈਨਲਸ ਜਿਹੜੇ ਦਿਖਾ ਵੀ ਰਹੇ ਆ ਨਾ ਉਹ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਗਿਆ ਸਾਰਾ ਕੁਝ ਸਰਕਾਰ ਦੇ ਪੇਜ ਦੇ ਉੱਤੇ ਹੈ ਤੇ ਉੱਥੋਂ ਚੱਕ ਕੇ ਬਾਕੀ ਚੈਨਲ ਜਿਹੜੇ ਆ ਉਹ ਲਾਈਵ ਦਿਖਾ ਰਹੇ ਆ। ਜੇ ਕੋਈ ਚੈਨਲ ਇਹਨੂੰ ਲਾਈਵ ਕਰ ਰਿਹਾ ਹੁੰਦਾ ਤੇ ਫਿਰ ਚੈਨਲ ਤੇ ਸਵਾਲ ਹੁੰਦਾ ਵੀ ਚੈਨਲ ਜਿਹੜਾ ਆ ਉਹ ਜਾਣਬੁੱਝ ਕੇ ਇੱਕ ਪੱਖ ਨੂੰ ਦਿਖਾ ਰਿਹਾ ਵੀ ਜਦੋਂ ਸਰਕਾਰੀ ਧਿਰ ਦੇ ਲੋਕ ਬੋਲਦੇ ਆ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਜਾਂ ਵਿਧਾਇਕ ਜਿਹਨਾਂ ਨੂੰ ਸਮਾਂ ਮਿਲਦਾ ਉੱਥੇ ਬੋਲਣ ਦਾ ਉਹਨਾਂ ਨੂੰ ਜ਼ੂਮ ਕਰਕੇ ਦਿਖਾਇਆ ਜਾਂਦਾ ਬਕਾਇਦਾ, ਤੇ ਜਦੋਂ ਵਿਰੋਧੀ ਧਿਰ ਦੇ ਲੋਕ ਬੋਲਦੇ ਆ ਤੇ ਉਹਨਾਂ ਨੂੰ ਬਹੁਤ ਦੂਰੋਂ ਦਿਖਾਇਆ ਜਾਂਦਾ। ਅਖਬਾਰਾਂ ਦੇ ਵਿੱਚ ਤਸਵੀਰ ਛਪੀ ਹੈ ਪ੍ਰਗਟ ਸਿੰਘ ਹੋਰਾਂ ਦੀ, ਪ੍ਰਗਟ ਸਿੰਘ ਬੋਲ ਰਹੇ ਆ ਤੇ ਉਹ ਬਹੁਤ ਦੂਰੋਂ ਉਹਨਾਂ ਦਾ ਸ਼ਾਟ ਲੈ ਹੋਏ ਆ, ਚਿਹਰਾ ਉਹਨਾਂ ਦਾ ਨਹੀਂ ਦਿਖਾਇਆ ਜਾ ਰਿਹਾ ਤੇ ਆਵਾਜ਼ ਤੋਂ ਪਤਾ ਲੱਗਦਾ ਹੈ ਕਿ ਪ੍ਰਗਟ ਸਿੰਘ ਬੋਲ ਰਹੇ। ਦੇਖੋ ਗੱਲ ਇਹ ਆ ਵੀ ਸਰਕਾਰ ਇਹਨੂੰ ਲਾਈਵ ਕਰ ਰਹੀ ਆ ਆਪਣੇ ਕਹਿ ਲਓ ਵੀ ਆਪਣੇ ਸਾਧਨਾਂ ਦੇ ਨਾਲ ਜਾਂ ਕਹਿ ਲਓ ਵੀ ਆਪਣੇ ਪੇਜ ਦੇ ਉੱਤੇ ਸਰਕਾਰ ਦਾ ਜਿਹੜਾ ਪੇਜ ਆ ਉਹਦੇ ਤੇ ਲਾਈਵ ਜਾ ਰਿਹਾ ਤੇ ਉੱਥੋਂ ਚੱਕ ਕੇ ਬਾਕੀ ਸਾਰੀ ਚੈਨਲ ਨੂੰ ਲਾਈਵ ਜਿਹੜਾ ਉਹ ਦਿਖਾਉਂਦੇ ਆਪੋ ਆਪਣਾ ਲੋਗੋ ਲਾ ਕੇ। ਦੇਖੋ ਇਹਦੇ ਚ ਪਾਰਦਰਸ਼ਤਾ ਤਾਂ ਜ਼ਰੂਰੀ ਹੈ ਤੇ ਸਰਕਾਰ ਦੇ ਨੁਮਾਇੰਦੇ ਬੋਲਦੇ ਆ ਸਰਕਾਰੀ ਲੋਕ ਬੋਲਦੇ ਆ ਤੇ ਠੀਕ ਹੈ ਉਹਨਾਂ ਨੂੰ ਜ਼ਰੂਰ ਕਰਕੇ ਦਿਖਾਓ ਉਹਨਾਂ ਦੀ ਗੱਲ ਨੂੰ ਜਿਹੜੀ ਪ੍ਰਮੁਖਤਾ ਦਿਓ। ਜੇ ਕੋਈ ਵਿਰੋਧੀ ਧਿਰ ਵਾਲੇ ਬੋਲਦੇ ਆ ਤੇ ਉਹਨਾਂ ਨੂੰ ਦੂਰੋਂ ਦਿਖਾਓ। ਗੱਲ ਤਾਂ ਉਹਨਾਂ ਦਾ ਰੋਸ ਤਾਂ ਜਾਇਜ਼ ਹੈ ਤੇ ਦੂਜੀ ਗੱਲ ਇਹ ਆ ਵੀ ਸਰਕਾਰ ਜਿਹੜੀ ਆ ਉਹਦੇ ਚ ਬੈਠੇ ਲੋਕ ਜਿਹੜੇ ਆ ਉਹ ਜਿਹਦੇ ਕੋਲ ਸੱਤਾ ਹੁੰਦੀ ਉਹ ਤਾਂ ਫਿਰ ਏਦਾਂ ਦੇ ਕੰਮ ਕਰਦੀ ਹੈ, ਪਰ ਸੱਤਾ ਨੂੰ ਇਸ ਨੂੰ ਧਿਆਨ ਰੱਖਣਾ ਚਾਹੀਦਾ ਵੀ ਜੇ ਤੁਸੀਂ ਕੋਈ ਇੱਕ ਵਿਧਾਨ ਸਭਾ ਦੀ ਲਾਈਵ ਕਾਰਵਾਈ ਦਿਖਾ ਰਹੇ ਹੋ ਲੋਕਾਂ 'ਚ ਇਹ ਗੱਲ ਜਾਵੇ ਨਾ। ਇਹ ਤਾਂ ਗੱਲ ਲੋਕਾਂ ਨੂੰ ਮਹਿਸੂਸ ਹੋ ਰਹੀ ਹੈ। ਜਿਹੜੀ ਕਾਂਗਰਸ ਪਾਰਟੀ ਦੇ ਦੋਸ਼ ਲਾਇਆ ਉਹ ਆਪਣੀ ਥਾਂ ਦੇ ਉੱਤੇ ਦੋਸ਼ ਨਹੀਂ ਹੈ, ਉਹ ਸੱਚ ਹੈ, ਪਰ ਲੋਕਾਂ ਨੂੰ ਵੀ ਮਹਿਸੂਸ ਹੋ ਰਹੀ ਹੈ ਵੀ ਜਦੋਂ ਭਗਵੰਤ ਮਾਨ ਬੋਲਦੇ ਆ ਜਾਂ ਜਦੋਂ ਹਰਪਾਲ ਚੀਮਾ ਹੋਣੀ ਬੋਲਦੇ ਆ ਜਾਂ ਕੋਈ ਵੀ ਆਮ ਆਦਮੀ ਪਾਰਟੀ ਦਾ ਵਿਧਾਇਕ ਬੋਲਦਾ ਹੈ ਉਹਨੂੰ ਤਾਂ ਤੁਸੀਂ ਦੂਰ ਕਰਕੇ ਦਿਖਾਉਂਦੇ ਹੋ ਤੇ ਜੇ ਵਿਰੋਧੀ ਧਿਰ ਦੇ ਲੋਕ ਬੋਲਦੇ ਆ ਤੇ ਉਹਨਾਂ ਨੂੰ ਦੂਰੋਂ ਦਿਖਾਉਂਦੇ ਹੋ ਤੇ ਇਹ ਗੱਲ ਤਾਂ ਦਰੁਸਤ ਨਹੀਂ ਹੈ। ਇਹਨੂੰ ਸਰਕਾਰ ਨੂੰ ਜ਼ਰੂਰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਫਜ਼ੂਲ ਕਿਸਮ ਦੀ ਨੁਕਤਾਚੀਨੀ ਜਿਹੜੀ ਹੈ ਉਹ ਨਾ ਹੋਵੇ, ਨਹੀਂ ਤਾਂ ਫਿਰ ਸਰਕਾਰ ਆਪ ਹੀ ਆਪਣੀ ਨੁਕਤਾਚੀਨੀ ਦਾ ਕੋਈ ਨਾ ਕੋਈ ਪ੍ਰਬੰਧ ਕਰ ਰਹੀ ਹੈ। ਇਹਦੇ ਤੋਂ ਇਹ ਲੱਗਦਾ ਦਸਾਂਝ ਸਾਹਿਬ ਇਸ ਤਰ੍ਹਾਂ ਕਰਨ ਦਾ ਸਰਕਾਰ ਨੂੰ ਕੀ ਫਾਇਦਾ ਹੋਊਗਾ? ਸਰਕਾਰੀ ਧਿਰ ਨੂੰ ਵੀ ਉਹ ਦੂਜਿਆਂ ਨੂੰ ਘੱਟ ਦਿਖਾਵੇ ਤੇ ਉਹ ਨਾ ਦਿਖਾਵੇ, ਜਦੋਂ ਉਹ ਬੋਲ ਹੀ ਰਿਹਾ ਉਹ ਜਾ ਵੀ ਰਿਹਾ ਲਾਈਵ ਚੱਲ ਰਿਹਾ ਸਾਰਾ ਕੁਝ, ਉਹਦੀ ਸ਼ਕਲ ਨਾ ਦਿਖਾਉਣ ਜਾਂ ਦਿਖਾਉਣ ਨਾਲ ਸਰਕਾਰ ਦੇ ਉੱਤੇ ਕੀ ਫਰਕ ਪੈਂਦਾ ਹੈ? ਤੇ ਬਾਕੀ ਇਹ ਕੀ ਸਰਕਾਰ ਨੇ ਹਦਾਇਤਾਂ ਕੀਤੀਆਂ ਹੋਈਆਂ ਕੈਮਰਾਮੈਨ ਨੂੰ ਵੀ ਤੁਹਾਨੂੰ ਜ਼ੂਮ ਨਹੀਂ ਕਰਨਾ ਤੇ ਦੂਜੇ ਨੂੰ ਜ਼ੂਮ ਕਰਨਾ? ਮੈਨੂੰ ਤਾਂ ਲੱਗਦਾ ਕਈ ਵਾਰ ਬੇਬੁਨਿਆਦ ਹੀ ਇਸ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਆ। ਕੀ ਫਾਇਦਾ ਕੀ ਹੋਏਗਾ? ਮੰਨ ਲਓ ਜੇ ਕਿਹਾ ਵੀ ਹੋਵੇ ਸਰਕਾਰ ਕਰ ਵੀ ਰਹੀ ਹੋਵੇ ਤੇ ਉਹਦੇ ਨਾਲ ਸਰਕਾਰ ਨੂੰ ਕੀ ਲਾਭ ਹੋਏਗਾ? ਜੇ ਉਹਨਾਂ ਨੂੰ ਲਾਭ ਹੋਣਾ ਹੁੰਦਾ ਤੇ ਫਿਰ ਉਹ ਲਾਈਵ ਦਿਖਾਉਂਦੇ ਹੀ ਨਾ। ਨਹੀਂ ਦੇਖੋ ਗੱਲ ਇਹ ਹੈ ਸਰਕਾਰ ਨੂੰ ਲਾਭ ਹੋਵੇ ਨਾ ਹੋਵੇ ਇਹ ਥੋੜ੍ਹਾ ਮੈਂ ਕਹਿ ਰਿਹਾ ਵੀ ਹਾਂ ਵੀ ਭਗਵੰਤ ਮਾਨ ਦੇ ਹੁਕਮਾਂ ਤੇ ਸਾਰਾ ਕੁਝ ਹੋ ਰਿਹਾ। ਜਿੱਦਾਂ ਉਹ ਜਿਹੜੇ ਨਿਯੁਕਤੀ ਪੱਤਰਾਂ ਦੇ ਉੱਤੇ ਭਗਵੰਤ ਮਾਨ ਦੀ ਫੋਟੋ ਆ ਗਈ ਸੀ, ਭਗਵੰਤ ਮਾਨ ਨੇ ਥੋੜ੍ਹਾ ਹੁਕਮ ਦਿੱਤੇ ਸੀ ਮੇਰੀ ਫੋਟੋ ਲਾਓ। ਇਹ ਤਾਂ ਹੈ ਵੀ ਜਿਹੜੇ ਥੱਲੇ ਕੰਮ ਕਰਨ ਵਾਲੇ ਲੋਕ ਆ ਪਤਾ ਵੀ ਨਹੀਂ ਹੁੰਦਾ, ਸਰਕਾਰ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕੀ ਹੋ ਰਿਹਾ, ਹੁਣ ਬਾਅਦ ਚ ਪਤਾ ਲੱਗੂਗਾ। ਇਸ ਕਰਕੇ ਸਰਕਾਰ ਬਾਅਦ ਚ ਪਹਿਲਾਂ ਲਏ ਫੈਸਲੇ ਸ਼ਾਮ ਨੂੰ ਬਦਲ ਦਿੰਦੀ ਹੈ ਨਾ। ਕਈ ਫੈਸਲੇ ਅਫਸਰਸ਼ਾਹੀ ਆਪਣੇ ਲੈਵਲ ਤੇ ਕਰ ਦਿੰਦੀ ਹੈ ਜਿਨ੍ਹਾਂ ਦੀਆਂ ਜਿਹੜੇ ਕੈਮਰਾਮੈਨ ਦੀ ਗੱਲ ਨਹੀਂ ਹੈਗੀ, ਕੈਮਰਾਮੈਨ ਨੂੰ ਹਦਾਇਤਾਂ ਕੋਈ ਇਹ ਥੋੜਾ ਵੀ ਹਰਪਾਲ ਚੀਮੇ ਨੇ ਦਿੱਤੀਆਂ ਜਾਂ ਭਗਵੰਤ ਮਾਨ ਨੇ ਦਿੱਤੀਆਂ। ਉਹ ਜਿਹੜਾ ਕੰਟਰੋਲ ਕਰਦੇ ਸਾਰਾ ਕੁਝ
ਉਹ ਬਿਨਾਂ ਦੱਸੇ ਸਾਰਾ ਕੁਝ ਕਰ ਦਿੰਦੇ ਆ। ਫਾਇਦਾ ਕੀ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ। ਫਾਇਦਾ ਤਾਂ ਏਦਾਂ ਹੁੰਦਾ ਨਾ ਵੀ ਜਿਹੜਾ ਦਿਖਦਾ ਹੈ ਤੇ ਵਿਕਦਾ ਹੈ। ਇੱਕ ਵਾਕ ਹੈ ਨਾ, ਜੋ ਦਿਖਦਾ ਹੈ ਉਹ ਵਿਕਦਾ ਹੈ। ਜਿੰਨਾ ਜ਼ਿਆਦਾ ਸਿਰ ਤੇ ਚਾੜੂਗੇ ਕਿਸੇ ਨੂੰ, ਉਹ ਸਾਰਾ ਕੁਝ ਚੱਲੂਗਾ। ਸੋਸ਼ਲ ਮੀਡੀਆ ਤੇ ਜੋ ਕੁਝ ਹੁੰਦਾ, ਤੁਸੀਂ ਦੇਖੋ ਸੋਸ਼ਲ ਮੀਡੀਆ ਪ੍ਰਭਾਵਿਤ ਕਰ ਦਿੰਦਾ ਇੱਕ ਇਲੈਕਸ਼ਨ ਨੂੰ। ਭਾਵੇਂ ਸੋਸ਼ਲ ਮੀਡੀਆ, ਮੈਂ ਅਕਸਰ ਹੀ ਕਹਿੰਦਾ ਵੀ ਇਹ ਵੀ ਗੱਲ ਨਹੀਂ ਹੈ ਕਿ ਸੋਸ਼ਲ ਮੀਡੀਆ ਤੇ ਜੋ ਦਿਖਾਈ ਦਿੰਦਾ ਉਹੀ ਸੱਚ ਹੋ ਜਾਂਦਾ, ਪਰ ਸੋਸ਼ਲ ਮੀਡੀਆ ਪ੍ਰਭਾਵਿਤ ਕਰਦਾ ਨਾ। ਮਤਲਬ ਸਰਬਜੀਤ ਸਿੰਘ ਮਾਨ ਵਾਲੀ ਜਿਹੜੀ ਇਲੈਕਸ਼ਨ ਐਤਕਾਂ ਵਾਲੀ ਸੀਗੀ, ਇਸ ਇਲੈਕਸ਼ਨ ਦੇ ਵਿੱਚ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਤੇ ਜੇ ਦਿਖਦਾ, ਜੋ ਦਿਖਦਾ ਉਹ ਵਿਕਦਾ, ਇਹ ਨਾ ਸੱਚ ਹੋਵੇ ਤਾਂ ਫਿਰ ਕਿਉਂ ਇਸ਼ਤਿਹਾਰਬਾਜ਼ੀ ਕਰੇ ਸਰਕਾਰ? ਮਤਲਬ ਇੰਨੀ ਜ਼ਿਆਦਾ ਇਸ਼ਤਿਹਾਰਬਾਜ਼ੀ ਇਸ ਸਰਕਾਰ ਨੇ ਕੀਤੀ ਜਿੱਥੇ ਸਵਾਲ ਉੱਠ ਰਿਹਾ ਹੈ। ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਸੱਚ ਨੂੰ ਇਸ਼ਤਿਹਾਰ ਦੀ ਜ਼ਰੂਰਤ ਨਹੀਂ ਹੁੰਦੀ, ਪਰ ਇਹ ਇਸ਼ਤਿਹਾਰਬਾਜ਼ੀ ਕਰਕੇ ਹੀ ਆਪਣੇ ਆਪ ਨੂੰ ਸਥਾਪਿਤ ਕਰਨਾ ਚਾਹੁੰਦੇ ਆ। ਇਹ ਵੀ ਇਸ਼ਤਿਹਾਰਬਾਜ਼ੀ ਹੋਈ ਆ, ਭਾਵੇਂ ਸਰਕਾਰ ਦੇ ਕਹੇ ਤੇ ਨਾ ਵੀ ਹੋਇਆ ਹੋਵੇ, ਬਿਊਰੋਕ੍ਰੇਸੀ ਨੇ ਕੀਤਾ ਹੋਵੇ। ਜਿਹੜੇ ਲੋਕ ਚਮਚਾਗਿਰੀ ਕਰਨਾ ਚਾਹੁੰਦੇ ਉਹੀ ਕਰਦੇ ਹੋਣ, ਤੇ ਪਰ ਹੈ ਤਾਂ ਗਲਤ ਹੈ ਨਾ। ਹੈ ਤਾਂ ਗਲਤ ਹੈ ਨਾ ਵੀ ਹੁਣ ਆਪਾਂ ਦੋਨੋਂ ਜਾਣੇ ਬੈਠੇ ਆ, ਮੇਰਾ ਚਿਹਰਾ ਬਿਲਕੁਲ ਹੈ ਸਾਹਮਣੇ ਦਿਖਾਈ ਦੇ ਰਿਹਾ ਹੋਵੇ, ਤੁਸੀਂ ਤੁਹਾਨੂੰ ਜ਼ੂਮ ਆਊਟ ਕੀਤਾ ਹੋਵੇ, ਤੁਸੀਂ ਪਿੱਛੇ ਹੋਵੋ, ਲੋਕ ਜਿਹੜੇ ਸੁਣ ਰਹੇ ਜਾਂ ਦੇਖ ਰਹੇ ਉਹਨਾਂ ਦੀ ਅੱਖਾਂ ਤੇ ਤਾਂ ਅਸਰ ਪੈਂਦਾ ਹੀ ਹੈ ਨਾ, ਉਹਨੂੰ ਤਾਂ ਫਰਕ ਪੈਂਦਾ ਹੀ ਹੈ। ਜਗੀਰ ਸਿੰਘ ਕਾਹਲੋਂ ਦਾ ਫੋਨ ਕਿਉਂ ਆ ਗਿਆ? ਉਹਨਾਂ ਦਾ ਫੋਨ ਇਸੇ ਕਰਕੇ ਆ ਗਿਆ ਤੁਹਾਡੀ ਆਵਾਜ਼ ਬਹੁਤ ਉੱਚੀ ਹੈ, ਮੇਰੀ ਸੁਣਦੀ ਹੋ ਨਹੀਂ। ਇਹ ਤਾਂ ਫਰਕ ਤਾਂ ਹੈ ਨਾ। ਇਸ ਕਰਕੇ ਇਹ ਕਹਿਣਾ ਵੀ ਸਰਕਾਰ ਤੋਂ ਕੀ ਲਾਭ, ਇਹਦਾ ਲਾਭ ਤਾਂ ਹੈਗਾ, ਪਰ ਉਹਦੇ ਪਿੱਛੇ ਦੁਰਭਾਵਨਾ ਨਹੀਂ ਹੋਣੀ ਚਾਹੀਦੀ ਸਰ। ਗੱਲ ਤੇ ਇਹ ਆ ਕਿ ਜੇ ਹੁਣ ਕੋਈ ਚੀਜ਼ ਸਾਹਮਣੇ ਆਉਂਦੀ ਹੈ, ਦੁਰਭਾਵਨਾ ਕੋਈ ਬੋਲੇ ਵੀ ਨਾ, ਨਹੀਂ ਦੁਰਭਾਵਨਾ ਦਾ ਮਤਲਬ ਕੋਈ ਬੋਲੇ ਵੀ ਨਾ, ਤੁਸੀਂ ਮੇਰਾ ਚਿਹਰਾ ਹੀ ਦਿਖਾਓ, ਮੈਂ ਬੋਲਾਂ ਵੀ। ਮਤਲਬ ਇਹ ਤਾਂ ਗੱਲ ਗਲਤ ਹੈ ਨਾ ਵੀ ਆਪੋਜੀਸ਼ਨ ਦੇ ਕਹੇ ਵੀ ਸਾਨੂੰ ਤੁਸੀਂ ਦਿਖਾਉਂਦੇ ਨਹੀਂ, ਵੀ ਕਿਉਂ ਕਹਿੰਦੀ ਆਪੋਜੀਸ਼ਨ ਵੀ ਸਾਨੂੰ ਤੁਸੀਂ ਦਿਖਾਉਂਦੇ ਨਹੀਂ? ਉਹਨੂੰ ਤਾਂ ਕਹਿਣ ਦਾ ਹੱਕ ਹੀ ਨਹੀਂ ਹੈਗਾ। ਇਹ ਜਿਹੜੇ ਚਿਹਰਾ ਦਿਖਾਉਂਦੇ ਦਿਖਾਈ ਜਾਣ ਆਪਣੇ ਆਪ। ਨਹੀਂ ਇਹ ਗੱਲ ਨਹੀਂ। ਅੱਛਾ, ਦੂਜੀ ਗੱਲ ਇਹ ਆ ਦਸਾਂ ਸਾਹਿਬ, ਪਿਛਲੀ ਸਰਕਾਰ ਜਦੋਂ ਕਾਂਗਰਸ ਦੀ ਰਹੀ ਆ 5 ਸਾਲ, ਭਾਵੇਂ ਚੱਲੀ ਕਾਂਗਰਸ ਦੀ ਸਰਕਾਰ ਆ, ਤਾਂ ਕਹਿੰਦੇ ਚੱਲਦੀ ਅਕਾਲੀਆਂ ਦੀ ਰਹੀ। ਬਿਊਰੋਕ੍ਰੇਸੀ ਸਾਰੇ ਕੰਮ ਅਕਾਲੀਆਂ ਦੇ ਕਰਦੀ ਰਹੀ। ਜਿਹੜੇ MLA ਸੀਗੇ ਉਹ ਸ਼ਿਕਾਇਤਾਂ ਕਰਦੇ ਰਹੇ, ਪਰ ਕੈਪਟਨ ਸਾਹਿਬ ਨੇ ਟਾਈਮ ਨਹੀਂ ਦਿੱਤਾ ਕਿਸੇ ਨੂੰ। ਤੇ ਹੁਣ ਕਹੀ ਜਾਂਦੇ ਆ ਕਿ ਉਹ ਕਾਂਗਰਸੀਆਂ ਦੀ ਮੰਨੀ ਜਾਂਦੇ ਆ। ਇਹ ਕਿੱਦਾਂ ਦਾ ਸਮਾਂ ਆ ਗਿਆ ਕਿ ਜਿਹੜੀ ਪਾਵਰ 'ਚ ਹੁੰਦੀ ਸਰਕਾਰ, ਉਹਨੂੰ ਛੱਡ ਕੇ ਪੁਰਾਣੇ ਆਪਣੇ ਜਿਹੜੇ ਆਕਾ ਉਹਨਾਂ ਵੱਲ ਨੂੰ ਮੁੜਦੇ ਨੇ। ਕਾਂਗਰਸ ਵੇਲੇ ਅਕਾਲੀਆਂ ਦੀ ਚੱਲਦੀ ਰਹੀ, ਤੇ ਹੁਣ ਜਦੋਂ ਆਪ ਆਈ ਤੇ ਉਹਨਾਂ ਦੇ ਕਾਂਗਰਸੀਆਂ ਦੀ ਚੱਲੀ ਜਾਂਦੀ ਹੈ। ਕੀ ਕੰਮ, ਇਹ ਕਿਉਂ? ਥੋੜਾ ਫਰਕ ਹੈ। ਕਾਂਗਰਸ ਵੇਲੇ ਅਕਾਲੀਆਂ ਦੀ ਚੱਲਦੀ ਰਹੀ ਕਿਉਂਕਿ ਉੱਥੇ ਮਿਲ ਭੁਗਤ ਸੀ। ਇਹ 'ਚ ਕੋਈ ਦੋ ਰਾਵਾਂ ਨਹੀਂ। ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਜਾਂ ਕਹਿੰਦਾ ਬਾਦਲ ਪਰਿਵਾਰ, ਉਹ ਰਲ ਕੇ ਖੇਡ ਰਹੇ ਸੀ। ਇਸ ਕਰਕੇ ਜੋ ਵੀ ਕੰਮ ਸੀ ਅਕਾਲੀਆਂ ਤੇ ਮੁੱਕੇ ਨਹੀਂ ਹੈਗੇ, ਲੋਕਾਂ ਦੀ ਸੁਣਵਾਈ ਨਹੀਂ। ਹੁਣ ਇਹ ਹੈ ਵੀ ਜਿਹੜੀ ਬਿਊਰੋਕ੍ਰੇਸੀ ਤੇ ਪਹਿਲਾਂ ਸ਼ੁਰੂ ਤੋਂ ਵੀ ਆਪਾਂ ਗੱਲ ਕੀਤੀ ਹੈ, ਇਹ ਮੰਨ ਕੇ ਚੱਲੀਏ ਵੀ ਬਿਊਰੋਕ੍ਰੇਸੀ ਜਿਹੜੀ ਹੈ ਉਹਦੇ 'ਚ ਇਹਨਾਂ ਦੇ ਲੋਕ ਹੈ ਨਹੀਂ ਆਮ ਆਦਮੀ ਪਾਰਟੀ ਦੇ। ਕਿਉਂਕਿ ਆਮ ਆਦਮੀ ਪਾਰਟੀ ਤੇ ਹੁਣ ਸੱਤਾ 'ਚ ਆਈ ਹੈ, ਹੌਲੀ ਹੌਲੀ ਕੋਈ ਇੱਕ ਧੜਾ ਸ਼ਾਇਦ ਬਿਊਰੋਕ੍ਰੇਸੀ ਦਾ ਜਿਹੜਾ ਇਹਨਾਂ ਦੇ ਨਾਲ ਆਏਗਾ, ਜਿਹੜਾ ਓਨੈਸਟ ਕਿਸਮ ਦਾ ਹੋਏਗਾ, ਇਮਾਨਦਾਰ ਧੜਾ ਜਿਹੜਾ। ਤੇ ਇਮਾਨਦਾਰ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਹੈ, ਜਿਸ ਤਰ੍ਹਾਂ ਦਾ ਸਾਰਾ ਕੁਝ ਬਣ ਗਿਆ, ਉਹਦੇ 'ਚ ਇਮਾਨਦਾਰੀ ਜਾਂ ਓਨੈਸਟੀ ਜਿਹੜੀ ਹੈ ਉਹ ਲੱਭਿਆ ਨਹੀਂ ਜਾਂਦਾ। ਬਹੁਤ ਘੱਟ ਲੋਕ ਨੇ। ਤੇ ਚਲੋ ਫਿਰ ਵੀ ਅਸੀਂ ਸਮਝਦੇ ਹਾਂ ਕਿ ਹੌਲੀ ਹੌਲੀ ਸ਼ਾਇਦ ਇਹ ਕਾਫਲਾ ਬਣੇਗਾ, ਪਰ ਇਹਨਾਂ ਦਾ ਕੋਈ ਧੜਾ ਨਹੀਂ ਆ। ਆਮ ਆਦਮੀ ਪਾਰਟੀ ਦਾ ਕੋਈ ਧੜਾ ਨਹੀਂ। ਬਿਊਰੋਕ੍ਰੇਸੀ ਵੰਡੀ ਹੋਈ ਆ ਕਾਂਗਰਸੀਆਂ ਤੇ ਅਕਾਲੀਆਂ ਦੇ ਵਿੱਚ। ਕੁਝ ਲੋਕ ਕੇਂਦਰੀ ਸੱਤਾ ਕਰਕੇ BJP ਦੇ ਵੀ ਹੈਗੇ ਆ, ਸੋ ਇਸ ਕਰਕੇ ਉਹ ਅੜਿੱਕੇ ਡਾਉਂਦੇ ਆ। ਅੜਿੱਕੇ ਡਾਉਂਦੇ ਸਰਕਾਰ ਨੂੰ ਫੇਲ ਕਰਨ ਦਾ ਪੂਰਾ ਉਹਨਾਂ ਨੇ ਇਰਾਦਾ ਧਾਰਿਆ ਹੋਇਆ। ਮੈਂ ਸੱਚਮੁੱਚ ਇਹ ਦੇਖ ਰਿਹਾ ਵੀ ਸਰਕਾਰ ਚੰਗੇ ਕੰਮ ਕਰਨਾ ਚਾਹੁੰਦੀ ਹੈ। ਸਰਕਾਰ ਦੀ ਨੀਅਤ ਬਿਲਕੁਲ ਸਾਫ਼ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਕੋਈ ਕੁਐਸਚਨ ਨਹੀਂ ਹੈ। ਬਾਕੀ ਲੋਕਾਂ 'ਚ ਵੀ ਹੋ ਸਕਦਾ, ਇਹ ਨਹੀਂ ਹੈ ਕਿ 21-22 ਤਾਂ ਜਿੱਦਾਂ ਕਹਿ ਤਾ ਪ੍ਰਤਾਪ ਬਾਜਵੇ ਨੇ, ਜਿਹੜੇ MLA ਚੁਣੇ ਆ, ਕਹਿੰਦੇ ਇੱਥੇ ਵਿਧਾਨ ਸਭਾ 'ਚ ਬੈਠੇ 21-22 ਤਾਂ ਸਾਡੇ ਨਾਲ ਹੀ ਕੰਮ ਕਰਦੇ ਰਹੇ ਆ। ਜਿਹੜੀ 21-22 ਤਾਂ ਕਾਂਗਰਸੀ ਹੈ ਜਿਹੜੇ, ਸੋ ਸਾਰਾ ਕਾਂਗਰਸ ਦਾ ਕਲਚਰ ਨਾਲ ਹੀ ਲੈ ਕੇ ਗਏ ਆ। ਮੈਂ ਨਹੀਂ ਕਹਿੰਦਾ ਵੀ 100% ਦੀ ਇਹ ਜਿਹੜੀ ਸਰਕਾਰ ਹੈ ਜਾਂ ਜਿਹੜੇ 92 ਵਿਧਾਇਕ ਹੈ 100% ਦੀ ਬੜੇ ਆਨੈਸਟ ਲੋਕ ਨੇ। ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਕਰਪਟ ਲੋਕ ਬੈਠੇ ਹੋ ਸਕਦੇ ਆ, ਪਰ ਓਵਰਆਲ ਜਿਹੜੀ ਸਰਕਾਰ ਚਲਾ ਰਹੇ ਨੇ, ਜਿਹੜਾ ਮੰਤਰੀ ਇੱਕ ਕਰਪਟ ਸੀ ਉਹਨਾਂ ਨੇ ਉਹ ਬਰਖਾਸਤ ਕਰਤਾ। ਜਿਹੜੇ ਬਾਕੀ ਆ ਉਹਨਾਂ ਤੇ ਕੋਈ ਕਿਸੇ ਕਿਸਮ ਦਾ ਕੋਈ ਦੋਸ਼ ਨਹੀਂ ਹੈ, ਇਲਜ਼ਾਮ ਨਹੀਂ ਹੈ, ਕਿਸੇ ਨੂੰ ਕੇਸ ਹੋ ਸਕਦਾ। ਇਸ ਇਹਨਾਂ ਦੇ ਵਿਧਾਇਕਾਂ ਦੇ ਉੱਤੇ ਕਾਫੀ ਲੋਕ 52 ਵਿਧਾਇਕ ਹੈ ਜਿਨ੍ਹਾਂ ਤੇ ਕੇਸ ਹੈਗੇ ਆ, ਉਹ ਵੱਖਰੇ ਕੇਸ ਹੋ ਸਕਦੇ ਆ, ਪਰ ਕਰਪਸ਼ਨ ਦੇ ਮਾਮਲੇ ਦੇ ਵਿੱਚ ਇਹ ਸਰਕਾਰ ਤੇ ਕਿਸੇ ਕਿਸਮ ਦਾ ਕੋਈ ਇਲਜ਼ਾਮ ਨਹੀਂ ਹੈ। ਸੋ ਇਹ ਤਾਂ ਕੰਮ ਕਰਨਾ ਚਾਹੁੰਦੇ ਆ, ਨੀਅਤ ਸਾਫ਼ ਹੈ।
ਪਰ ਥੱਲੇ ਜਿਹੜੀ ਬਿਊਰੋਕ੍ਰੇਸੀ ਨੇ ਜਾਂ ਹੇਠਲੇ ਲੈਵਲ ਤੇ ਦੂਜੇ ਤੀਜੇ ਚੌਥੇ ਦਰਜੇ ਦੇ ਮੁਲਾਜ਼ਮਾਂ ਨੇ ਜਿਹੜੇ ਕੰਮ ਸਿਰੇ ਚਾੜਨੇ ਹੁੰਦੇ ਆ, ਉਹਨਾਂ ਨੂੰ ਆਦਤ ਪੈ ਚੁੱਕੀ ਹੈ। ਉਹ ਆਦਤ ਤੋਂ ਬਾਅਦ ਕਿੱਦਾਂ ਹੁਣ ਆਪਣਾ ਗੁਜ਼ਾਰਾ ਕਿੱਦਾਂ ਕਰਨ, ਉਹਨਾਂ ਦੇ ਖੂਨ 'ਚ ਇਹ ਚੀਜ਼ਾਂ ਸ਼ਾਮਲ ਹੋ ਚੁੱਕੀਆਂ। ਸਾਰਿਆਂ ਨੂੰ ਨਹੀਂ ਮੈਂ ਕਹਿ ਰਿਹਾ, ਸਾਰਿਆਂ ਨੂੰ ਕਦੀ ਵੀ ਨਹੀਂ ਮੈਂ ਕਹਿੰਦਾ, ਪਰ ਬਹੁਤਿਆਂ 'ਚ ਉਹ ਸਾਰਾ ਕੁਝ ਜਿਹੜਾ ਕਲਚਰ ਜਿਹੜਾ ਬੈਠਾ ਹੋਇਆ ਉਸ ਤੋਂ ਬਾਹਰ ਨਹੀਂ ਆ ਸਕਦੇ। ਦੂਜੀ ਗੱਲ ਹੈ ਕਿ ਜਿਹੜੇ ਉਹਨਾਂ ਦੀ ਪੁਸ਼ਤਪਰਾਈ ਕਰਦੇ ਰਹੇ ਆ ਉਹ ਕਾਂਗਰਸੀ, ਅਕਾਲੀ ਤੇ ਬੀਜੇਪੀ ਵਾਲੇ ਲੋਕ ਹੈ। ਇਸ ਕਰਕੇ ਇਸ ਸਰਕਾਰ ਲਈ ਬਹੁਤ ਵੱਡਾ ਚੈਲੰਜ ਹੈ, ਕੰਮ ਕਿੱਦਾਂ ਸਿਰੇ ਲਾਉਣੇ ਆ, ਥੱਲੇ ਵਾਲੇ ਸਿਰੇ ਲੱਗਣੇ ਨਹੀਂ ਦਿੰਦੇ। ਅੱਜ ਤੁਹਾਡੇ ਸਾਹਮਣੇ ਹੋਣੀ ਜਿਹੜੀ ਆਪਾਂ ਗੱਲ ਕਰਕੇ ਹਟੇ ਆ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦਾ ਮਾਮਲਾ ਬਿਲਕੁਲ ਸਾਹਮਣੇ ਆਪਣੇ ਪਿਆ। ਬਾਕੀ ਬਿਊਰੋਕ੍ਰੇਸੀ ਦਾ ਵੀ ਇੱਕ ਵੱਡਾ ਹਿੱਸਾ ਜਿਹੜਾ ਆ ਉਹ ਇਸ਼ਾਰਿਆਂ ਤੇ ਜੇ ਕਿਸੇ ਤੇ ਕੰਮ ਕਰ ਰਿਹਾ ਤਾਂ ਉਹ ਕਾਂਗਰਸੀ, ਅਕਾਲੀ ਤੇ ਬੀਜੇਪੀ ਆ ਰਿਹਾ। ਆਮ ਆਦਮੀ ਪਾਰਟੀ ਦਾ ਕੋਈ ਧੜਾ ਇਸ ਵੇਲੇ ਹੈ ਨਹੀਂ ਲੋਬੀ ਨੂੰ, ਕਿਸ ਲੋਬੀ। ਦਸਾਂਝ ਸਾਹਿਬ, ਇੱਕ ਮਸਲਾ ਏਅਰਪੋਰਟ ਤੋਂ ਪੰਜਾਬ ਨੂੰ ਚੱਲਣ ਵਾਲੀਆਂ ਬੱਸਾਂ ਦਾ ਪਿਛਲੇ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ। ਲੋਕਾਂ ਦੇ ਮਨ 'ਚ ਗੱਲ ਬੈਠੀ ਹੋਈ ਆ ਜਾਂ ਬਿਠਾ ਦਿੱਤੀ ਗਈ ਆ ਕਿ ਬਾਦਲ ਪਰਿਵਾਰ ਸਰਕਾਰੀ ਬੱਸਾਂ ਚੱਲਣ ਨਹੀਂ ਦਿੰਦਾ, ਤੇ ਕਾਂਗਰਸ ਵੇਲੇ ਵੀ ਇਹ ਮੁੱਦਾ ਉੱਠਦਾ ਰਿਹਾ ਪਰ ਇਹਦਾ ਬਣਿਆ ਕੱਖ ਨਾ। ਸਾਰਾ ਭਾਂਡਾ ਭੰਨਿਆ ਗਿਆ ਕੇਜਰੀਵਾਲ ਦੇ ਸਿਰ ਤੇ ਕਿ ਪੰਜਾਬ ਗੌਰਮੈਂਟ ਨੇ ਤੇ ਸ਼ੁਰੂ ਕਰਤੀਆਂ ਸੀ, ਕੇਜਰੀਵਾਲ ਨੇ ਕੋਈ ਅਲਾਓ ਨਹੀਂ ਕੀਤਾ ਕਿ ਏਅਰਪੋਰਟ ਤੋਂ ਬੱਸਾਂ ਇਹ ਚੱਲ ਸਕਣ। ਹੁਣ ਉਹਨਾਂ ਦੀ ਸਰਕਾਰ ਆਈ, ਉਹਨਾਂ ਦੀ ਮਜਬੂਰੀ ਬਣ ਗਈ ਹੋਏਗੀ, ਪਰ ਇਹ ਵਿਧਾਨ ਸਭਾ 'ਚ ਫਿਰ ਮਸਲਾ ਉੱਠਿਆ। ਰਾਜਾ ਵੜਿੰਗ ਨੇ ਕਿਹਾ ਕਿ ਮੈਂ 25 ਚਿੱਠੀਆਂ ਲਿਖੀਆਂ, ਮੈਨੂੰ ਇੱਕ ਦਾ ਜਵਾਬ ਨਹੀਂ ਆਇਆ, ਮੈਂ ਬੜੇ ਯਤਨ ਕੀਤੇ ਤੇ ਸਾਨੂੰ 25 ਕਰੋੜ ਦਾ ਘਾਟਾ ਪੈ ਗਿਆ ਇਸ ਦੌਰਾਨ। ਤੇ ਹੁਣ ਬੱਸਾਂ ਤੇ ਚੱਲ ਪਈਆਂ ਨੇ, ਵੈਸੇ ਹੁਣ ਵੀ ਤੇ ਸੋਧਾਂ ਹੋਈਆਂ ਨੇ। ਇਹ ਮਸਲਾ ਜਿਹੜਾ ਆ ਇਹ ਕੀ ਆ ਤੇ ਕੀ ਕਾਰਨ ਇਹਦੇ ਪਿੱਛੇ ਰਹੇ ਕਿ ਇਹ ਸਰਕਾਰਾਂ ਪਿਛਲੀਆਂ ਦੀ ਨੀਤੀ ਨਹੀਂ ਸੀ ਜਾਂ ਨੀਤ ਨਹੀਂ ਸੀ ਸਾਹਬ? ਕਿਉਂਕਿ ਪਹਿਲਾਂ ਉਹ ਇਹ ਵਾਅਦਾ ਕਰਕੇ ਆਏ ਸੀ ਕਿ ਅਸੀਂ ਟਰਾਂਸਪੋਰਟ ਨੀਤੀ ਇੱਕ ਬਣਾਵਾਂਗੇ, ਜਿਸ ਤੇ ਕੋਈ ਉਹਨਾਂ ਨੇ ਡੱਕਾ ਭੰਨ ਕੇ ਦੋਹਰਾ ਨਹੀਂ ਕੀਤਾ। ਵੈਸੇ ਡੱਕਾ ਉਹਨਾਂ ਕਿਸੇ ਕੰਮ ਲਈ ਵੀ ਨਹੀਂ ਭੰਨਿਆ ਕੈਪਟਨ ਸਾਹਿਬ ਨੇ। ਉਹਨਾਂ ਨੂੰ ਤਾਂ ਜਿਸ ਤਰੀਕੇ ਦਾ ਸਬਕ ਸਿਖਾਇਆ ਗਿਆ, ਭਾਵੇਂ ਹਾਈ ਕਮਾਂਡ ਨੇ ਸਿਖਾਇਆ ਜਾਂ ਹੁਣ ਲੋਕਾਂ ਨੇ ਸਿਖਾਇਆ, ਉਹਦੇ ਉਹ ਹੱਕਦਾਰ ਵਾਕਿਆ ਹੀ ਸੀਗੇ ਕਿਉਂਕਿ ਉਹਨਾਂ ਕੀਤਾ ਹੀ ਕੁਝ ਨਹੀਂ। ਤੇ ਜਿੱਦਾਂ ਉਹਨਾਂ ਨੂੰ ਸੀਨ ਤੋਂ ਲਾਂਭੇ ਕੀਤਾ ਗਿਆ, ਬੇਇੱਜ਼ਤ ਹੋ ਕੇ ਗਏ। ਇੱਕ ਮਹਾਰਾਜਾ ਖੋਂਦਾ ਵਿਅਕਤੀ ਜਿਹਨੂੰ ਲੋਕ ਅੱਜ ਤੱਕ ਵੀ ਕਹਿੰਦੇ ਨਹੀਂ ਜੀ ਉਹਦਾ ਕਲਟ ਆ, ਉਹਨਾਂ ਦੀ ਕੁਝ ਹੈ ਹੈਸੀਅਤ ਆ, ਤੇ ਉਹ ਬੜੇ ਬੇਆਬਰੂ ਹੋ ਕੇ ਉੱਥੋਂ ਗਏ ਆ। ਤੇ ਉਹ ਉਹਨਾਂ ਲਈ ਮੇਰੇ ਖਿਆਲ ਬਣਦਾ ਵੀ ਸੀ ਇੰਨਾ ਕੁ। ਤੇ ਇਹ ਚੀਜ਼ ਤੋਂ ਸਬਕ ਦੂਜਿਆਂ ਸਿਆਸਤਦਾਨਾਂ ਨੂੰ ਵੀ ਲੈਣਾ ਚਾਹੀਦਾ। ਪਰ ਇਹ ਬੱਸਾਂ ਵਾਲਾ ਮਾਮਲਾ ਹੈ ਕੀ ਆ ਹੁਣ? ਦੇਖੋ, ਗੱਲ ਤਾਂ ਦਰੁਸਤ ਹੈ ਵੀ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੀ, ਹੁਣ ਵੀ ਹੈ, ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਸੀ। ਰਾਜਾ ਵੜਿੰਗ ਨੇ ਕਿਹਾ ਵੀ ਮੈਂ ਕਈ ਵਾਰੀ ਚਿੱਠੀਆਂ ਲਿਖੀਆਂ, ਮਿਲੇ ਵੀ ਭਾਈ ਸਾਡੀਆਂ ਬੱਸਾਂ ਜਿਹੜੀਆਂ ਸਰਕਾਰੀ ਬੱਸਾਂ ਆ ਤੁਸੀਂ ਏਅਰਪੋਰਟ ਤੱਕ ਜਾਣ ਦਿਓ। ਪਰ ਦਿੱਲੀ ਦੀ ਸਰਕਾਰ ਨੇ 100 ਬਹਾਨੇ ਕਰਕੇ ਇਹ ਗੱਲ ਜਿਹੜੀ ਮੰਨੀ ਨਹੀਂ ਆ। ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਸਰਕਾਰ ਨੇ ਗੱਲ ਨਹੀਂ ਮੰਨੀ। ਉਹ ਕੋਈ ਤਰਕ ਦਿੰਦੇ ਰਹੇ ਕਿ ਨਹੀਂ ਏਦਾਂ ਹੋ ਨਹੀਂ ਸਕਦਾ, ਸਰਕਾਰੀ ਬੱਸਾਂ ਉੱਥੇ ਤੱਕ ਜਾ ਨਹੀਂ ਸਕਦੀਆਂ, ਜਦਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਖਾਸ ਤੌਰ ਤੇ ਇੱਕ ਪਰਿਵਾਰ ਦੀਆਂ ਬੱਸਾਂ, ਬਾਦਲ ਪਰਿਵਾਰ ਦੀਆਂ ਬੱਸਾਂ, ਉਹਨੂੰ ਏਅਰਪੋਰਟ ਤੱਕ ਜਾਣਾ ਅਲਾਉ ਕੀਤਾ ਹੋਇਆ ਸੀ। ਤੇ ਉਹ ਬਾਦਲ ਪਰਿਵਾਰ ਜਾਂ ਉਹ ਸ਼੍ਰੋਮਣੀ ਅਕਾਲੀ ਦਲ ਜਿਹਦੇ ਨਾਲ ਇੱਕ ਧੱਕਾ ਵੀ ਰਿਹਾ ਅਰਵਿੰਦ ਕੇਜਰੀਵਾਲ ਦਾ ਨਿੱਜੀ ਤੌਰ ਦੇ ਉੱਤੇ ਵੀ, ਬੇਟਾ ਸੁਨੀਤੀਆ ਦੇ ਮਾਮਲੇ 'ਚ ਆਪਾਂ ਦੇਖਿਆ ਵੀ ਕੇਸ ਵੀ ਚੱਲਦਾ ਰਿਹਾ ਤੇ ਬਾਅਦ ਵਿੱਚ ਮਾਫੀ ਵੀ ਮੰਗੀ ਤੇ ਉਹ ਕੇਸ ਤੋਂ ਖਹਿੜਾ ਛੁਡਾਇਆ ਅਰਵਿੰਦ ਕੇਜਰੀਵਾਲ। ਸਵਾਲ ਤਾਂ ਲਾਜ਼ਮੀ ਤੌਰ ਤੇ ਪੈਦਾ ਹੁੰਦਾ ਹੈ ਕਿ ਉਦੋਂ ਕਿਉਂ ਨਹੀਂ ਦਿੱਲੀ ਦੀ ਸਰਕਾਰ ਨੇ ਅਲਾਉ ਕੀਤਾ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ? ਵੀ ਜਾਂ ਤਾਂ ਉਦੋਂ ਯਾਰੀ ਨਿਭਾਈ ਜਾ ਰਹੀ ਸੀ ਵੀ ਠੀਕ ਹੈ, ਕੇਸ ਵੀ ਵਾਪਸ ਜਦੋਂ ਕੀਤਾ ਉਹਨੇ ਬਿਕਰਮ ਸਿੰਘ ਮਜੀਠੀਆ ਨੇ, ਵੀ ਕੀ ਕੋਈ ਗੰਢ ਤੁਕ ਸੀਗੀ ਜਿਹਦੇ ਨਾਲ ਸਿੱਧਾ ਟਕਰਾਇਆ? ਉਹਦੇ ਨਾਲ ਹੀ ਕੋਈ ਗੰਢ ਤੁਕ ਸੀ ਉਸ ਟੱਬਰ ਦੇ ਨਾਲ ਵੀ ਉਹਨਾਂ ਦੀਆਂ ਬੱਸਾਂ ਤਾਂ ਅਲਾਉ ਕਰ ਦਿੱਤੀਆਂ ਗਈਆਂ, ਪੰਜਾਬ ਸਰਕਾਰ ਦੀਆਂ ਬੱਸਾਂ ਨਹੀਂ ਸੀ ਜਾਂਦੀਆਂ। ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਇਹਦੇ ਤੇ ਸਹਿਮਤੀ ਨਹੀਂ ਦਿੱਤੀ। ਹੁਣ ਜਦੋਂ ਵਾਅਦਾ ਕੀਤਾ ਸੀ ਇਸ ਸਰਕਾਰ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਨਾਲ ਦੀ ਨਾਲ ਸਰਕਾਰੀ ਬੱਸਾਂ ਜਿਹੜੀਆਂ ਪੰਜਾਬ ਵੱਲ ਜਾਣ ਲੱਗ ਪਈਆਂ ਅੱਧੇ ਕਿਰਾਏ ਤੇ ਫਿਰ ਲਾਜ਼ਮੀ ਹੈ ਕਿ ਉਹਨਾਂ ਨੇ ਸਵਾਲ ਤਾਂ ਉਠਾਉਣਾ ਹੀ ਹੈ। ਜਿਹਨਾਂ ਦੀ ਸਰਕਾਰ ਸੀ ਉਹਨਾਂ ਦੀ ਉਦੋਂ ਮੰਨੀ ਨਹੀਂ ਗਈ ਵੀ ਇਸ ਕਰਕੇ ਕਿ ਵਿਰੋਧੀ ਧਿਰ ਦੀ ਸਰਕਾਰ ਹੈ, ਅਸੀਂ ਕਿਉਂ ਇਹਨਾਂ ਨੂੰ ਵਾਹਵਾ ਕੱਟਣ ਦਈਏ? ਸਾਡੀ ਸਰਕਾਰ ਆ ਗਈ ਹੈ, ਹੁਣ ਵਾਹਵਾ ਅਸੀਂ ਕੱਟ ਦਈਏ। ਜਿਹੜਾ ਉਹ ਕਹਿ ਰਿਹਾ ਘਾਟਾ ਪਿਆ, ਉਹ ਕਹਿੰਦੇ ਵੀ 25 ਕਰੋੜ ਦਾ ਤਾਂ ਸਰਕਾਰ ਨੂੰ ਘਾਟਾ ਪਿਆ, ਪੰਜਾਬ ਸਰਕਾਰ ਤੇ ਲੋਕਾਂ ਨੂੰ ਵੀ ਘਾਟਾ ਪਿਆ 70-80 ਕਰੋੜ ਦਾ, ਜਾਨੀ ਜਿਹੜਾ ਕਿਰਾਇਆ ਬਹੁਤ ਜ਼ਿਆਦਾ ਸੀਗਾ ਪ੍ਰਾਈਵੇਟ ਬੱਸਾਂ ਦਾ ਉਹਨਾਂ ਦਾ। ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਦਾ ਜਿਹੜਾ ਕਿਰਾਇਆ ਉਹ ਅੱਧਾ ਆ ਉਹਦੇ ਮੁਕਾਬਲੇ।
ਤੇ ਉਹਨਾਂ ਦਾ 1600 ਤੋਂ ਲੈ ਕੇ 24-2500 ਰੁਪਏ ਤੱਕ ਕਰਾਇਆ। ਤੇ ਹੁਣ ਸਰਕਾਰੀ ਬੱਸਾਂ ਜਿਹੜੀਆਂ ਪੰਜਾਬ ਦੀਆਂ ਜਾ ਰਹੀਆਂ ਉਹਦਾ 1100-1200 ਤੋਂ ਲੈ ਕੇ 1600 ਤੱਕ ਦਾ ਕਰਾਇਆ ਜਿਹੜਾ ਦੱਸਿਆ ਜਾ ਰਿਹਾ। ਸੋ ਇਸ ਕਰਕੇ ਨੁਕਸਾਨ ਤਾਂ ਹੋਇਆ, ਪੰਜਾਬ ਦੇ ਰੈਵਨਿਊ ਦਾ ਵੀ ਹੋਇਆ, ਸਰਕਾਰ ਦਾ, ਤੇ ਪੰਜਾਬ ਦੇ ਲੋਕਾਂ ਤੇ ਵੀ 70-80 ਕਰੋੜ ਦਾ ਕਹਿੰਦੇ ਵਾਧੂ ਬੋਝ ਪਿਆ। ਤੇ ਇਹਦਾ ਜਵਾਬ ਹੁਣ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੂੰ ਵੀ ਦੇਣਾ ਚਾਹੀਦਾ ਕਿ ਉਦੋਂ ਉਹਨਾਂ ਨੇ ਅਲਾਉ ਕਿਉਂ ਨਹੀਂ ਕੀਤਾ। ਹੁਣ ਤਾਂ ਪਤਾ ਹੀ ਹੈ ਕਿ ਅਲਾਉ ਕੀਤਾ ਕਿਉਂਕਿ ਉਹਨਾਂ ਦੀ ਆਪਣੀ ਸਰਕਾਰ ਹੈ। ਦਸਾਂਝ ਸਾਹਿਬ, ਇਸ ਸਰਕਾਰ ਦੇ ਜਿਹੜੇ 3-4 ਵੱਡੇ ਪ੍ਰਾਇੋਰਟੀ ਵਾਲੇ ਮੁੱਦੇ ਸੀਗੇ ਉਹਨਾਂ ਦੇ ਵਿੱਚ ਇੱਕ ਕਰਪਸ਼ਨ ਫ੍ਰੀ ਸਟੇਟ ਬਣਾਉਣਾ ਵੀ ਹੈ, ਤੇ 2 ਮੁੱਦੇ ਇਹਨਾਂ ਨੇ ਹੈਲਥ ਤੇ ਐਜੂਕੇਸ਼ਨ ਦੇ ਜ਼ਰੂਰ ਚੁੱਕੇ ਸੀ, ਉਹ ਲਈ ਕੁਛ ਨਾ ਕੁਛ ਇਹਨਾਂ ਨੇ ਬਜਟ ਵਿੱਚ ਵੀ ਰੱਖਿਆ ਹੈ। ਜਿਹੜੀ ਕਰਪਸ਼ਨ ਫ੍ਰੀ ਸਰਕਾਰ ਹੈ ਉਹ ਜਦੋਂ ਕਰਨ ਦੀ ਗੱਲ ਆਉਂਦੀ ਆ, ਤੇ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਸਾਡੇ ਖੂਨ ਦੇ ਵਿੱਚ ਕਰਪਸ਼ਨ ਕਿਤੇ ਰਚ ਮਿਚ ਗਈ ਆ, ਅਸੀਂ ਕ੍ਰਿਟਿਸਾਈਜ਼ ਤੇ ਬੜਾ ਕਰਦੇ ਆ ਪਰ ਆਪਣੇ ਅੰਦਰ ਅੰਦਰ ਝਾਤੀ ਨਹੀਂ ਮਾਰਦੇ। ਸਮੁੱਚੀ ਪੰਜਾਬ ਦੀ ਜਿਹੜੀ ਬਿਊਰੋਕ੍ਰੇਸੀ ਆ, ਉਹ ਫਿਰ ਗੱਲ ਉੱਥੇ ਆ ਜਾਂਦੀ ਕਿ ਸਭ ਨੂੰ ਤੁਸੀਂ ਇੱਕ ਰਸੇ ਨਾਲ ਨਹੀਂ ਬਣ ਸਕਦੇ। ਹੋ ਸਕਦਾ ਵਿੱਚ ਕੋਈ 1-2-4% ਲੋਕ ਐਸੇ ਹੋਣ ਜਿਹੜੇ ਬਹੁਤ ਹੀ ਇਮਾਨਦਾਰ ਹੋਣ, ਪਰ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜਿਹੜਾ ਚੱਲ ਰਿਹਾ ਮਾਹੌਲ ਹੁੰਦਾ ਉਹਦੇ ਵਿੱਚ ਵਗਦੀ ਗੰਗਾ 'ਚੋਂ ਸਾਰੇ ਹੀ ਹੱਥ ਧੋਂਦੇ ਆ, ਦੂਜੇ ਨੂੰ ਕ੍ਰਿਟਿਸਾਈਜ਼ ਕਰਦੇ ਆ। ਹੁਣ ਉਹ ਪੋਪਲੀ ਵਾਲਾ ਮਸਲਾ ਸਾਹਮਣੇ ਆਇਆ, ਉਹਦੀਆਂ ਪੁਰਾਣੀਆਂ ਪਰਤਾਂ ਖੁੱਲ੍ਹ ਰਹੀਆਂ ਨੇ, ਕੁਝ ਮੰਤਰੀਆਂ ਦੀਆਂ ਖੁੱਲ੍ਹ ਰਹੀਆਂ ਨੇ। ਜਦੋਂ ਇਹ ਹਾਲਾਤ ਬਣਨਗੇ ਕਿ ਅਫਸਰਸ਼ਾਹੀ ਦੇ ਉੱਤੇ ਵੀ ਸਕੰਜਾ ਕੱਸਿਆ ਜਾਊਗਾ, ਫਿਰ ਆਪਾਂ ਉਸ ਅਫਸਰਸ਼ਾਹੀ ਕੋ ਉਮੀਦ ਰੱਖੀਏ ਕਿ ਉਹ ਇਹਨਾਂ ਦੀ ਟੀਮ ਦਾ ਹਿੱਸਾ ਬਣ ਕੇ ਕੰਮ ਕਰਨਗੇ, ਜਾਂ ਤੇ ਫਿਰ ਸਾਰਾ ਕੁਝ ਹੀ ਜਿਹੜਾ ਆ ਉਹਦੀ ਓਵਰਹਾਲਿੰਗ ਹੋ ਜੇ, ਕੁਝ ਨਵੇਂ ਬੰਦੇ ਆ ਜਾਣ, ਪੁਰਾਣੇ ਬੰਦੇ ਜਿਹੜੇ ਮਹਾ ਕਰਪਟ ਬੰਦੇ ਆ ਉਹਨਾਂ ਨੂੰ ਉਹਨਾਂ ਦੀ ਥਾਂ ਤੇ ਭੇਜਿਆ ਜਾਵੇ, ਇਮੀਡੀਏਟਲੀ ਐਕਸ਼ਨ ਲੈ ਕੇ। ਸਰਕਾਰ ਇੱਕ ਕਦਮ ਅੱਗੇ ਲੈਂਦੀ ਆ, 2 ਪਿੱਛੇ ਹਟ ਜਾਂਦੀ ਆ। ਜਿਵੇਂ ਤੁਸੀਂ ਦੱਸਿਆ ਕਿ ਪਟਵਾਰੀਆਂ ਵਾਲੇ ਮਾਮਲੇ 'ਚ ਉਹ ਮਤਲਬ ਉਹਨਾਂ ਨੂੰ ਆਪਣੇ ਫੈਸਲੇ ਵਾਪਸ ਲੈਣੇ ਪਏ, ਹੋਰ ਕਈ ਫੈਸਲੇ ਵਾਪਸ ਲੈਣੇ ਪਏ। ਤੇ ਹੁਣ ਜਿਸ ਤਰੀਕੇ ਨਾਲ IAS ਲੌਬੀ ਆ, ਉਹਦੇ ਵਿੱਚ ਇੱਕ ਭੈ ਦਾ ਵਾਤਾਵਰਨ ਆ ਕਿ ਵਾਰੀ ਮੇਰੀ ਵੀ ਆ ਸਕਦੀ ਆ। ਦੂਜੇ ਪਾਸੇ ਪੋਲੀਟੀਸ਼ੀਅਨ ਤੇ ਚਲੋ ਇੱਕ ਦੂਜੇ ਨਾਲ ਕਰਦੇ ਹੀ ਹੁੰਦੇ ਆ। ਹੁਣ ਗਿਲਜੀਆਂ ਦੀ ਹਾਈ ਕੋਰਟ ਨੇ ਨਹੀਂ ਸੁਣੀ ਤੇ ਉਹਦੇ ਉੱਤੇ ਵੀ ਕਹਿੰਦੇ ਆ ਕਿ ਹੁਣ ਗ੍ਰਿਫਤਾਰੀ ਮੰਡਰਾ ਰਹੀ ਆ। ਇਸੇ ਤਰ੍ਹਾਂ ਹੀ ਆਸ਼ੂ ਦਾ ਕੇਸ ਚੱਲ ਰਿਹਾ ਆ। ਜਿਹੜੇ ਮੰਤਰੀ ਪਹਿਲਾਂ ਅੰਦਰ ਕੀਤੇ ਹੋਏ, ਇੱਕ ਆਪਣਾ ਇਹਨਾਂ ਦੇ ਦੂਜੇ 2, ਉਹਨਾਂ ਤੇ ਕੀ ਹੋ ਰਿਹਾ ਉਹ ਕੋਈ ਖਬਰਾਂ ਅਜੇ ਬਾਹਰ ਨਹੀਂ ਆ ਰਹੀਆਂ। ਕੇਸ ਤੇ ਵੱਡੇ ਵੱਡੇ ਉਹਨਾਂ ਦੇ ਤੇ ਹੋਰ ਵੀ ਸੀ। ਸਟੂਡੈਂਟ ਦੇ ਜਿਹੜੇ ਪੈਸੇ ਖਾਧੇ, ਘਟਾਲਾ ਵੱਡਾ ਕੀਤਾ, ਜਿਹੜੇ ਸ਼ਡਿਊਲ ਕਾਸਟ ਬੱਚਿਆਂ ਦੇ ਪੈਸੇ ਆਏ ਸੀ, ਪਰ ਫੜੇ ਗਏ ਉਹ ਕਿਸੇ ਹੋਰ ਹੀ ਕੇਸ, ਜੰਗਲਾਤ ਦੀਆਂ ਲੱਕੜਾਂ ਵੇਚਣ 'ਚ। ਤੇ ਹੁਣ ਜੰਗਲਾਤ ਮਹਿਕਮੇ ਦੀ ਵੀ ਕਹਾਣੀ ਸਾਹਮਣੇ ਆ ਰਹੀ ਆ ਕਿ ਨਾਲਾਗੜ੍ਹ ਦੇ 2 ਭਰਾ ਸਕੇ ਅਰੈਸਟ ਹੋਏ ਆ। ਉੱਦਾਂ ਤੇ ਨਾਲਾਗੜ੍ਹ ਸਟੇਟ ਵੀ ਵੈਸੇ ਆਪਣੀ ਜਿਹੜੀ ਆ ਕਿਸੇ ਸਮੇਂ ਪਟਿਆਲਾ ਪਰਿਵਾਰ ਦੀ ਹੀ ਰਹੀ ਆ। ਦਸਾਂਝ ਸਾਹਿਬ, ਪ੍ਰਾਪਰਟੀਆਂ ਤੇ ਉੱਥੇ ਵੀ ਬੜੀਆਂ ਹੋਣਗੀਆਂ ਇਹਨਾਂ ਦੀਆਂ, ਪਹਾੜੀ ਸਟੇਟ ਉਹਨਾਂ ਕੋਲ ਸੀਗੀ ਇਹ, ਤੇ ਉੱਥੇ ਸ਼ਾਹੀ ਪਰਿਵਾਰ ਦਾ ਡੰਕਾ ਅੱਜ ਵੀ ਵੱਜਦਾ ਹੋਣਾ। ਹਾਂ, ਦੇਖੋ ਇਹ ਡਿਟੇਲਸ ਇਹਦੀਆਂ ਆਉਣਗੀਆਂ। ਜਿਹੜਾ ਮਾਮਲਾ ਇਹਦੇ ਵਿੱਚ 2 ਭਰਾ ਤੇ ਇੱਕ ਹੋਰ ਬੰਦਾ ਗ੍ਰਿਫਤਾਰ ਕੀਤਾ ਗਿਆ। ਜੰਗਲਾਤ ਮਹਿਕਮੇ ਨੇ ਜ਼ਮੀਨ ਖਰੀਦੀ, ਮੇਰੇ ਖਿਆਲ 20 ਏਕੜ ਦੇ ਕਰੀਬ, 90,000 ਰੁਪਏ ਉਹਦਾ ਰੇਟ ਸੀਗਾ ਪਰ ਏਕੜ। ਜੰਗਲਾਤ ਮਹਿਕਮੇ ਨੂੰ 9 ਲੱਖ ਤੋਂ ਜ਼ਿਆਦਾ, 9.5 ਲੱਖ ਪਰ ਏਕੜ ਜਿਹੜਾ ਜੰਗਲਾਤ ਮਹਿਕਮੇ ਨੇ ਖਰੀਦੀ ਹੈ। ਜਾਨੀ ਮਿਲੀ ਭੁਗਤ ਦੇ ਨਾਲ ਜ਼ਮੀਨ ਦਾ ਰੇਟ ਜਿਹੜਾ 90,000 ਸੀ ਤੇ ਖਰੀਦੀ ਗਈ ਉਹ 9 ਲੱਖ ਤੋਂ ਜ਼ਿਆਦਾ ਰੁਪਏ ਪਰ ਏਕੜ ਦੇ ਜੰਗਲਾਤ ਮਹਿਕਮੇ ਲਈ ਖਰੀਦੀ ਗਈ। ਜਾਨੀ ਸਿੱਧੇ ਤੌਰ ਤੇ ਸਰਕਾਰ ਨੂੰ ਜਾਂ ਜੰਗਲਾਤ ਮਹਿਕਮੇ ਨੂੰ ਵੱਡਾ ਝਟਕਾ ਲੱਗਾ। ਇਹਦੇ 'ਚ ਕਿਹੜੇ ਲੋਕ ਇਨਵੋਲਵ ਹੋਣਗੇ, ਇਹਦੀਆਂ ਡਿਟੇਲਸ ਆਉਣਗੀਆਂ ਤਾਂ ਅਸੀਂ ਉੱਪਰ ਨਾਲ ਸਾਂਝੀਆਂ ਕਰਾਂਗੇ। ਪਰ ਜਿਹੜੀ ਬੇਸਿਕ ਸਵਾਲ ਜਿਹੜਾ ਆਪਾਂ ਸ਼ੁਰੂ ਤੋਂ ਜਿਹੜਾ ਉਠਾ ਰਹੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ, ਜਾਂ ਜਦੋਂ ਤੋਂ ਇਹ ਸਰਕਾਰ ਬਣੀ ਆ ਉਦੋਂ ਤੋਂ ਅਸੀਂ ਇਹ ਸਵਾਲ ਉਠਾ ਰਹੇ ਹਾਂ, ਇਹ ਸੱਚਮੁੱਚ ਹੀ ਬਹੁਤ ਫਿਕਰਮੰਦੀ ਵਾਲਾ ਵਿਸ਼ਾ ਹੈ ਵੀ ਕੰਮ ਜਿਹੜਾ ਆ ਉਹ ਹੋਏਗਾ ਕਿੱਦਾਂ ਜੇ ਬਿਊਰੋਕ੍ਰੇਸੀ ਹਾਲੇ ਤੱਕ ਜਿਹੜਾ ਪਹਿਲੇ ਦਰਜੇ ਤੋਂ ਲੈ ਕੇ 4ਥੇ ਦਰਜੇ ਤੱਕ ਦੇ ਮੁਲਾਜ਼ਮ ਜੇ ਸਾਥ ਨਹੀਂ ਦੇਣਗੇ ਸਰਕਾਰ। ਮੈਂ ਬਾਰ-ਬਾਰ ਕਹਿ ਰਿਹਾ ਕਿ ਇਹ ਜਦੋਂ ਇਹ ਕਹਿ ਦਿੰਦੇ ਆ ਨਾ, ਮਤਲਬ ਪਪੂਲੈਰਿਟੀ ਗੇਨ ਕਰਨ ਵਾਸਤੇ ਜੇ ਅਸੀਂ ਕਰਪਸ਼ਨ ਖਤਮ ਕਰਦੀ 10 ਦਿਨਾਂ ਦੇ ਵਿੱਚ, ਤੇ ਮੈਂ ਬਾਰ-ਬਾਰ ਕਿਹਾ ਕਿ ਇਸ ਸਰਕਾਰ ਨੂੰ ਜਾਂ ਸਰਕਾਰ ਚਲਾ ਰਹੇ ਜਿਹੜੇ ਲੋਕ ਹੈ ਇਹਨਾਂ ਨੂੰ ਬਹੁਤ ਤਹੱਮਲ ਨਾਲ ਚੱਲਣਾ ਚਾਹੀਦਾ ਹੈ, ਬਹੁਤ ਕਾਹਲੀ ਨਹੀਂ ਕਰਨੀ ਚਾਹੀਦੀ। ਸਟੈਪ ਦਰ ਸਟੈਪ, ਕਦਮ ਦਰ ਕਦਮ ਅੱਗੇ ਵਧਣਾ ਚਾਹੀਦਾ ਹੈ ਤੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਰਪਸ਼ਨ ਕੋਈ ਸਧਾਰਨ ਸਵਾਲ ਨਹੀਂ ਹੈ। ਕਰਪਸ਼ਨ ਕੋਈ ਘਰ 'ਚ ਪਿਆ ਉਹ ਕੂੜਾ ਨਹੀਂ ਹੈ ਜਿਸ ਕੂੜੇ ਨੂੰ ਤੁਸੀਂ ਸਵੇਰੇ ਉੱਠਦਿਆਂ ਜਿਹੜਾ ਆ ਝਾੜੂ ਮਾਰ ਕੇ ਘਰ ਤੋਂ ਬਾਹਰ ਕੱਢ ਦਿਓ, ਸ਼ਾਮ ਤੱਕ ਆਉਂਦਾ ਕੂੜਾ ਫਿਰ ਤੁਹਾਡੇ ਘਰ 'ਚ ਆ ਜਾਂਦਾ।
ਇਸ ਕਰਕੇ ਕਰਪਸ਼ਨ ਨੂੰ ਇੰਨਾ ਸਰਲ ਨਹੀਂ ਲੈਣਾ ਚਾਹੀਦਾ। ਕਰਪਸ਼ਨ ਜਿੱਦਾਂ ਆਪਾਂ ਕਹਿ ਰਹੇ ਹਾਂ ਖੂਨ ਚ ਰਚੀ ਹੋਈ ਹੈ, ਸਾਡੇ ਸਿਸਟਮ ਦਾ ਪਾਰਟ ਬਣ ਚੁੱਕੀ ਹੈ। ਇਸ ਕਰਕੇ ਇਹਦੇ ਨਾਲ ਸੁਝਣ ਵਾਸਤੇ ਇਹ ਦੇਖਣਾ ਪਏਗਾ ਵੀ ਇਹਦੇ ਕਿਹੜੇ ਕਿਹੜੇ ਅੰਗ ਨੇ, ਕਰਪਸ਼ਨ ਕਿਵੇਂ ਚੱਲ ਰਹੀ ਹੈ, ਇਹਦਾ ਕੀ ਅਲਜਬਰਾ ਕੀ ਹੈ। ਤਾਂ ਇਹਨੂੰ ਪਹਿਲੋਂ ਮੈਂ ਕਹਿੰਦਾ ਹੁੰਦਾ ਕਿ ਜਿਹੜੀ ਪ੍ਰੋਬਲਮ ਹੈ ਉਹਨੂੰ ਉਸ ਤੋਂ ਨਹੀਂ ਫੜਿਆ ਕਰਦੇ, ਪ੍ਰੋਬਲਮ ਨੂੰ ਸਿੰਘਾਂ ਤੋਂ ਫੜਨਾ ਪੈਣਾ। ਤਰਦੀਆਂ ਗੱਲਾਂ ਨਾ ਕਰੀਏ। ਕਰਪਸ਼ਨ ਨੂੰ ਜੇ ਡੀਲ ਕਰਨਾ ਹੈ ਤੇ ਫਿਰ ਤੁਹਾਨੂੰ ਬਹੁਤ ਹੰਬਲਦਾਰ ਕੰਮ ਕਰਨਾ ਪਏਗਾ। ਤੇ ਇਹ ਇੱਕ ਦਿਨ ਦਾ ਮਸਲਾ ਨਹੀਂ ਹੈ, 5 ਸਾਲ ਵੀ ਥੋੜੇ ਇਹਦੇ ਲਈ ਤਾਂ ਇਸ ਸਿਸਟਮ ਨੂੰ ਦਰੁਸਤ ਕਰਨ ਵਾਸਤੇ ਵਿਰਨ ਸਿਸਟਮ ਜੇ ਤੁਸੀਂ ਕੋਈ ਠੀਕ ਕਰਨਾ ਚਾਹੁੰਦੇ ਆ 5 ਸਾਲ ਵੀ ਥੋੜੇ ਆ, ਤੇ ਹਾਲੇ ਤਾਂ ਦਿਨੇ ਥੋੜੇ ਹੋਏ ਆ, 3.5 ਮਹੀਨੇ ਹੋਏ ਆ। ਕਾਹਲੀ ਨਾ ਕਰੀ ਸਰਕਾਰ, ਕਦਮ ਦਰ ਕਦਮ ਅੱਗੇ ਚੱਲੇ ਤੇ ਇਹ ਜਿਹੜੇ ਵਿਗੜੇ ਹੋਏ ਝੂਠੇ ਆ ਇਹਨਾਂ ਨੂੰ ਸਿੰਘਾਂ ਤੋਂ ਫੜਨਾ ਪੈਣਾ। ਉਸ ਤੋਂ ਫੜਾਂਗੇ ਤਾਂ ਛੜੇ ਬੱਚੇ। ਦਸਾਂਝ ਸਾਹਿਬ ਸਮਾਂ ਹੋ ਗਿਆ ਆਪਣਾ, ਇੱਕ ਲਾਸਟ ਮੈਂ ਤੁਹਾਨੂੰ ਪੁੱਛਣਾ ਹੈ, ਉਦੋਂ ਠਾਕਰੇ ਆਖਰ ਹਾਰ ਗਏ ਜੀ ਸਾਰਾ ਕੁਝ ਤੇ ਆਪਣੀ ਵਿਧਾਨ ਸਭਾ ਤੋਂ ਵੀ ਅਸਤੀਫਾ ਦੇ ਦਿੱਤਾ ਉਹਨਾਂ ਤੇ ਘਰ ਚਲੇ ਗਏ ਨੇ। ਹਾਈ ਕੋਰਟ 'ਚ ਉਹਨਾਂ ਪਾਈ ਜ਼ਰੂਰ ਸੀ ਪਟੀਸ਼ਨ ਕਿ ਫਲੋਰ ਟੈਸਟ ਹੀ ਨਾ ਹੋਵੇ। ਇਹ ਤਾਂ ਪੋਸੀਬਲ ਹੈ ਨਹੀਂ ਡੈਮੋਕ੍ਰੇਸੀ 'ਚ ਕਿ ਤੁਹਾਡੇ ਕੋਲ ਬਹੁਮਤ ਨਹੀਂ ਹੈ ਤੇ ਤੁਸੀਂ ਕਹੋ ਫਲੋਰ ਟੈਸਟ ਦੀ ਇਜਾਜ਼ਤ ਹੀ ਨਾ ਮਿਲੇ। ਤੇ ਭਾਵਕ ਜੀ ਗੇਮ ਉਹ ਵੀ ਖੇਡ ਰਹੇ ਆ ਤੇ ਪਤਾ ਨਹੀਂ ਹੁਣ ਜਿਹੜੀ ਲਿਸਟ ਲੰਬੀ ਹੁੰਦੀ ਜਾਂਦੀ ਆ ਬੀਜੇਪੀ ਦੀ ਸਰਕਾਰਾਂ ਤੋੜ ਕੇ ਤੇ ਦੂਜਿਆਂ ਨੂੰ ਆਪਣੇ 'ਚ ਰਲਾਉਣ ਦੀਆਂ, ਤੇ ਮਹਾਰਾਸ਼ਟਰ ਵੀ ਉਹਦੇ ਵਿੱਚ ਸ਼ਾਮਿਲ ਹੋ ਗਿਆ ਜੀ ਹੁਣ। ਤੇ ਇਹਦੇ ਤੇ ਕੋਈ ਕਮੈਂਟ ਕਰਨਾ? ਮਹਾਰਾਸ਼ਟਰ ਦੀ ਤਾਂ ਗੱਲ ਹੋ ਗਈ ਆ, ਰਿਜ਼ਾਈਨ ਕਰ ਦਿੱਤਾ ਉਦੋਂ ਕਾਫੀ ਬਾਜਵੇ ਨੇ ਉੱਤੇ ਗੱਲ ਕਹੀ ਕੱਲ ਵਿਧਾਨ ਸਭਾ ਦੇ ਜਦੋਂ ਉਹਦੇ ਹਾਸੇ ਠੱਟੇ ਦੀ ਗੱਲ ਕਰਦੇ ਸੀ। ਕੋਈ ਗੱਲ ਬੜੀ ਗੰਭੀਰ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਵੀ ਭਾਈ ਤੁਸੀਂ ਆਪਣਾ ਬਚਾਅ ਰੱਖੋ, ਕਿਉਂਕਿ ਬਾਈ ਜਿਹੜੇ ਆ ਉਹ ਸਾਡੇ ਤੋਂ ਗਏ ਆ, ਜਿਹੜੇ ਇੱਥੇ ਬੈਠੇ ਆ, ਤੇ ਕਿਤੇ ਮਹਾਰਾਸ਼ਟਰ ਵਾਲਾ ਜਿਹੜਾ ਕੇਸ ਤੁਹਾਡੇ ਵੱਲ ਨੂੰ ਨਾ ਜਾਵੇ। ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਉਹਨਾਂ ਦਾ ਟਾਰਗੇਟ ਪੰਜਾਬ ਆ, ਆਪਣਾ ਸਮਾਨ ਬਚਾ ਕੇ ਰੱਖੋ। ਇਹ ਕਿਹਾ ਪ੍ਰਕਾਸ਼ ਸਿੰਘ ਬਾਜਵਾ ਨੇ ਕਿ ਸਾਡੇ ਸਮਾਨ ਨੂੰ ਤਾਂ ਸੰਨ ਲਾਈ ਕੈਪਟਨ ਅਮਰਿੰਦਰ ਨੇ ਤੇ ਭਗਵੰਤ ਮਾਨ ਵੀ ਨਾਲ ਰਲੇ ਹੋਏ ਆ ਸਾਡੇ ਸਮਾਨ 'ਚ ਸੰਨ ਲਾਉਣ ਲਈ। ਤੁਸੀਂ ਹੁਣ ਆਪਣਾ ਸਮਾਨ ਬਚਾ ਕੇ ਰੱਖੋ। ਪੰਜਾਬ ਦੇ ਵੀ ਖਤਰਾ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੇ ਟਾਰਗੇਟ ਤੋਂ ਪੰਜਾਬ ਨਹੀਂ ਹੈਗਾ। ਚਲੋ ਆਪਾਂ ਵੇਟ ਕਰਾਂਗੇ, ਹੁਣ ਸਮਾਂ ਸਮਾਪਤ ਹੈ ਤੇ ਤੁਸੀਂ ਸਿਰਫ ਏਦਾਂ ਹੀ ਪ੍ਰੋਗਰਾਮ ਖਤਮ ਕਰਕੇ 1 ਮਿੰਟ ਲਈ ਏਦਾਂ ਮੇਰੇ ਨਾਲ ਰਹਿਣਾ ਜੀ। ਬਿਲਕੁਲ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਖਬਰਾਂ ਤੇ ਪੈਨੀ ਨਿਗਾਹ ਰੱਖਦਾ, ਹਰ ਖਬਰ ਦੀ